ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 1429 ਤੇ 52 ਨੰਬਰ ਤੋਂ ਬਾਅਦ ਹੈ ਦੋਹਰਾ। ਦੋਹਰਾ ਜਾਂ ਸ਼ਲੋਕ ਇੱਕੋ ਹੀ ਗੱਲ ਹੈ। ਹਿੰਦੀ ਵਾਲੇ ਸ਼ਲੋਕ ਦੀ ਥਾਂ 'ਤੇ ਬਹੁਤਾ ਦੋਹਰਾ ਸ਼ਬਦ ਵਰਤਦੇ ਨੇ, ਭਾਵ ਸ਼ਲੋਕ ਹੀ ਹੈ। ਬਲ ਛੁਟਕਿਓ ਬੰਧਨ ਪਰੇ, ਕਛੂ ਨ ਹੋਤ ਉਪਾਏ, ਕਹੋ ਨਾਨਕ ਅਬ ਓਟ ਹਾਰ, ਗਜ ਜਿਉ ਹੋ ਸਹਾਏ। ਇੱਕ ਸਰੀਰਕ ਬਲ ਹੁੰਦਾ, ਇੱਕ ਮਾਨਸਿਕ ਬਲ ਹੁੰਦਾ। ਜਿਵੇਂ ਦੋ ਬੰਦੇ ਲੜ ਪਏ, ਇੱਕ ਮੋਟਾ ਤਾਜ਼ਾ ਸੀ, ਇੱਕ ਪਤਲਾ ਸੀ। ਪਤਲੇ ਨੇ ਮੋਟੇ ਨੂੰ ਢਾ ਲਿਆ ਹੈ, ਮੋਟੇ ਦੇ ਉੱਤੇ ਬੈਠਾ ਪਰ ਰੋ ਰਿਹਾ। ਦੂਜਾ ਕਹਿੰਦਾ ਤੂੰ ਕਿਉਂ ਰੋ ਰਿਹਾ? ਕਹਿੰਦਾ ਜਦੋਂ ਮੈਂ ਉੱਪਰ ਆ ਗਿਆ ਤੈਨੂੰ ਛੱਡਦਾ ਨਹੀਂ ਮੈਂ। ਦੇਖੋ, ਢਾ ਕੇ ਉੱਪਰ ਬੈਠਾ ਰੋ ਰਿਹਾ। ਕਿਸੇ ਪੁੱਛਿਆ ਕਿਉਂ ਰੋ ਰਹੇ? ਕਹਿੰਦਾ ਜਿਹਨੂੰ ਮੈਂ ਢਾਇਆ ਇਹ ਕਹਿੰਦਾ ਜਦੋਂ ਮੈਂ ਉੱਪਰ ਆ ਗਿਆ ਤੈਨੂੰ ਛੱਡਣਾ ਨਹੀਂ ਮੈਂ। ਇਹਦਾ ਮਤਲਬ ਹੈ ਸਰੀਰਕ ਤੌਰ 'ਤੇ ਤਕੜਾ ਹੈ, ਮਨ ਕਰਕੇ ਕਮਜ਼ੋਰ ਹੈ। ਉਹੀ ਲੋਕ ਹਾਰਦੇ ਨੇ ਜੰਗਾਂ 'ਚ ਜਿਹੜੇ ਮਨ ਕਰਕੇ ਕਮਜ਼ੋਰ ਨੇ। ਜਿਨ੍ਹਾਂ ਦੇ ਮਨ ਤਗੜੇ ਨੇ ਆਖਰੀ ਸਵਾਸਾਂ ਤੱਕ ਲੜਦੇ ਰਹਿੰਦੇ ਨੇ, ਅਤੇ ਜਿਹੜੇ ਡਰਪੋਕ ਹੁੰਦੇ ਨੇ ਉਹ ਭੱਜ ਭੁੱਜ ਜਾਂਦੇ ਨੇ। ਜਦੋਂ 1971 ਦੇ ਵਿੱਚ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਲੜਾਈ ਹੋਈ, ਉਸ ਤੋਂ ਬਾਅਦ ਫਿਰ ਬੰਗਲਾਦੇਸ਼ ਬਣਿਆ। 90,000 ਪਾਕਿਸਤਾਨ ਦਾ ਸਿਪਾਹੀ ਸੀ ਫੌਜ ਦਾ, 90,000। ਉਹਨਾਂ ਕੋਲ 7 ਦਿਨ ਅਜੇ ਲੜਨ ਲਈ ਐਮੂਨੀਸ਼ਨ ਵੀ ਸੀ। 7 ਦਿਨ ਉਹ ਹੋਰ ਲੜ ਸਕਦੇ ਸਨ, ਇੰਨਾ ਉਹਨਾਂ ਕੋਲ ਲੜਾਈ ਦਾ ਸਮਾਨ ਸੀ। ਪਰ ਉਹ ਭਾਰਤੀ ਫੌਜਾਂ ਦੇ ਅੱਗੇ ਹੱਥ ਖੜੇ ਕਰ ਗਏ। 90,000 ਬੰਦੇ ਨੇ ਹੱਥ ਖੜੇ ਕਰਤੇ ਵੀ ਅਸੀਂ ਹਾਰੇ। ਹਾਲਾਂਕਿ 7 ਦਿਨ ਘੱਟ ਤੋਂ ਘੱਟ ਉਹ ਲੜ ਸਕਦੇ ਸਨ। ਉਹਨਾਂ ਸਾਰਿਆਂ ਨੂੰ ਅਰੈਸਟ ਕਰ ਲਿਆ ਗਿਆ, ਬੰਦੀ ਬਣਾ ਲਿਆ ਗਿਆ। ਚਲੋ ਬਾਅਦ 'ਚ ਸਮਝੌਤਾ ਹੋ ਗਿਆ, ਉਹਨੂੰ ਛੱਡ ਦਿੱਤਾ ਗਿਆ। ਸਰੀਰਕ ਤੌਰ 'ਤੇ ਤਗੜੇ ਸਨ, ਪਰ ਢਹਿੰਦੀਆਂ ਕਲਾਂ ਚਲੇ ਗਏ। ਲੜਨ ਲਈ ਇੱਕ ਤਾਂ ਹੁੰਦਾ ਹਾਂਜੀ ਵੀ ਕੋਲ ਬੰਦੂਕ ਸੀ, ਸਾਰੇ ਕਾਰਤੂਸ ਹੀ ਖਤਮ ਹੋ ਗਏ, ਵੀ ਹੁਣ ਬੰਦੂਕ ਚਲਾਏ ਤਾਂ ਚਲਾਏ ਕਿਵੇਂ? ਸਭ ਕੁਛ ਹੈਗਾ, 7 ਦਿਨਾਂ ਲਈ ਅਜੇ ਹੈਗਾ, 7 ਦਿਨ ਹੋਰ ਲੜ ਸਕਦੇ ਸਨ, ਪਰ ਹੌਸਲਾ ਛੱਡ ਗਏ ਅਤੇ ਹੱਥ ਖੜੇ ਕਰ ਸਕੇ ਵੀ ਅਸੀਂ ਹਾਰ ਗਏ। ਹਾਰੇ ਕਿਉਂ? ਕਮਜ਼ੋਰ ਮਨ ਕਾਰਨ। ਮਨ ਕਮਜ਼ੋਰ। ਇਸ ਤਰ੍ਹਾਂ ਜਦੋਂ ਸਾਡਾ ਮਨ ਕਮਜ਼ੋਰ ਹੋ ਜਾਂਦਾ ਹੈ, ਬਲ ਛੁਟਕਿਓ ਬੰਧਨ ਪਰੇ, ਅੰਦਰ ਬਲ ਨਹੀਂ ਰਿਹਾ, ਮਨ ਕਮਜ਼ੋਰ ਹੋ ਗਿਆ, ਕਈ ਪ੍ਰਕਾਰ ਦੇ ਬੰਧਨ ਫਿਰ ਪੈ ਜਾਂਦੇ ਨੇ, ਕਈ ਪ੍ਰਕਾਰ ਦੇ ਬੰਧਨ ਪੈ ਜਾਂਦੇ। ਮਨੁੱਖ ਬੰਧਨਾਂ 'ਚ ਬਚ ਜਾਂਦਾ ਹੈ। ਕਛੂ ਨਾ ਹੋ ਤੋ ਪਾਏ, ਉਸ ਤੋਂ ਕੋਈ ਉਪਾਅ ਵੀ ਨਹੀਂ ਹੁੰਦਾ ਵੀ ਇਹਨਾਂ ਬੰਧਨਾਂ ਤੋਂ ਮੈਂ ਕਿਵੇਂ ਛੁਟਕਾਰਾ ਪਾਵਾਂ, ਇਹਨਾਂ ਬੰਧਨਾਂ ਤੋਂ ਮੈਂ ਛੁਟਕਾਰਾ ਕਿਵੇਂ ਪਾਵਾਂ, ਉਸ ਤੋਂ ਉਪਾਅ ਵੀ ਕੋਈ ਨਹੀਂ ਹੁੰਦਾ। ਕਹੋ ਨਾਨਕ ਅਬ ਓਟ ਹਰ, ਗਜ ਜਿਉ ਹੋ ਸਹਾਏ। ਗੁਰੂ ਮਹਾਰਾਜ ਸਿੱਖਿਆ ਕਹਿੰਦੇ ਨੇ ਫਿਰ ਪਰਮਾਤਮਾ ਦਾ ਓਟ ਆਸਰਾ ਲਵੋ। ਜਿਵੇਂ ਪਰਮਾਤਮਾ ਨੇ ਗਜ, ਮੈਨੇ ਹਾਥੀ, ਹਿੰਦੀ ਹਾਥੀ ਨੂੰ ਗਜ ਵੀ ਕਹਿੰਦੇ ਨੇ,
ਹਾਥੀ ਨੂੰ ਹਸਤੀ ਵੀ ਕਹਿੰਦੇ ਨੇ। ਜਿਵੇਂ ਤੁਸੀਂ ਗਜ ਹਾਥੀ ਦੀ ਸਹਾਇਤਾ ਕੀਤੀ, ਉਵੇਂ ਮੇਰੀ ਸਹਾਇਤਾ ਕਰੋ। ਫਿਰ ਤਾਂ ਉਹਦੇ ਅੱਗੇ ਬੇਨਤੀ ਹੋ ਸਕਦੀ ਹੈ। ਇਹਦੇ ਮਗਰ ਇੱਕ ਕਥਾ ਹੈ, ਗਾਇ ਦੇ ਮਗਰ। ਸਵਰਗ ਦੇ ਜਿਹੜੇ ਗਵਈਏ ਹੁੰਦੇ, ਕੀਰਤਨੀਏ, ਉਹਨਾਂ ਨੂੰ ਗੰਧਰਵ ਕਹਿੰਦੇ ਨੇ। ਇੱਥੇ ਮਾਤ ਲੋ ਦੇ ਕੀਰਤਨ ਆਪਾਂ ਕੀਰਤਨੀਏ ਕਹਿੰਦੇ, ਇੰਗਲਿਸ਼ ਉਹਨੂੰ ਸਿੰਗਰ ਕਹਿੰਦੇ ਨੇ, ਕੋਈ ਗਵਈਏ ਕਹਿੰਦਾ। ਸਵਰਗ ਦੇ ਵਿੱਚ ਜਿਹੜੇ ਗਵਈਏ ਨੇ ਉਹਨਾਂ ਨੂੰ ਕਹਿੰਦੇ ਗੰਧਰਵ। ਹੁਣ ਆਖਰਕਾਰ ਸਵਰਗ 'ਚ ਗਏ ਨੇ, ਇਹਦੇ ਮਤਲਬ ਬਹੁਤ ਭਜਨ ਬੰਦਗੀ ਕੀਤੀ ਤਾਂ ਹੀ ਸਵਰਗ 'ਚ ਗਏ ਨਾ। ਥੋੜ੍ਹੀ ਬਹੁਤੀ ਭਜਨ ਬੰਦਗੀ ਵਾਲਿਆਂ ਨੂੰ ਸਵਰਗ ਪ੍ਰਾਪਤ ਨਹੀਂ ਹੁੰਦਾ। ਬਹੁਤ ਭਜਨ ਬੰਦਗੀ ਕੀਤੀ, ਮਾਤ ਲੋਕ 'ਚ ਸਵਰਗ ਪ੍ਰਾਪਤ ਹੋ ਗਏ। ਇੱਥੇ ਵੀ ਕੀਰਤਨੀਏ ਸਨ, ਉੱਥੇ ਵੀ ਕੀਰਤਨੀਏ ਹੋ ਗਏ, ਗੰਧਰਵ ਵੱਜਣ ਲੱਗ ਗਏ। ਇੱਕ ਵਾਰੀ ਕਿਸੇ ਰਾਜੇ ਦੇ ਜਾ ਕੇ ਉਹਨਾਂ ਨੇ ਕੀਰਤਨ ਕੀਤਾ, ਦੋਨਾਂ ਭਰਾਵਾਂ ਨੇ। ਰਾਜੇ ਨੇ ਦੋਨਾਂ ਨੂੰ ਅੱਡ ਅੱਡ ਦਛਣਾ ਦੇ ਦਿੱਤੀ। ਉਦੋਂ ਦਾਣਿਆਂ ਦੇ ਤੌਰ 'ਤੇ ਦਿੰਦੇ ਸਨ, ਦਾਣੇ ਦੇ ਦਿੱਤੇ। ਛੋਟੇ ਭਰਾ ਨੂੰ ਜ਼ਿਆਦਾ ਦਾਣੇ ਮਿਲ ਗਏ, ਦਛਣਾ ਮਿਲ ਗਈ। ਵੱਡੇ ਭਰਾ ਨੂੰ ਥੋੜ੍ਹੀ ਦਛਣਾ ਮਿਲੀ। ਛੋਟਾ ਭਰਾ ਕਿਤੇ ਕੰਮ ਚਲੇ ਗਿਆ, ਮਗਰੋਂ ਵੱਡੇ ਭਰਾ ਨੇ ਦੋਨੋਂ ਦਛਣਾ ਜਿਹੜੀ ਰਾਜੇ ਦਿੱਤੀਆਂ ਮਿਲਾਤੀਆਂ, ਮਿਲਾ ਕੇ ਬਰਾਬਰ ਦੀਆਂ ਢੇਰੀਆਂ ਕਰਤੀਆਂ। ਜੋ ਛੋਟਾ ਭਰਾ ਆਇਆ, ਉਹ ਕਹਿੰਦਾ ਜੇ ਤਾਂ ਰਾਜਾ ਆਪਾਂ ਨੂੰ ਇਕੱਠੀ ਚੀਜ਼ ਦਿੰਦਾ ਵੀ ਲੋ ਵੰਡ ਲਿਓ, ਫਿਰ ਤਾਂ ਠੀਕ ਸੀ। ਮੈਨੂੰ ਅੱਡ ਦਿੱਤਾ, ਤੈਨੂੰ ਅੱਡ ਦਿੱਤਾ ਹੈ, ਤੂੰ ਕਿਉਂ ਰਲਾਇਆ? ਮੇਰਾ ਮੈਨੂੰ ਦੇ, ਆਪਣਾ ਰੱਖ ਲੈ। ਉੱਥੋਂ ਤੇ ਤੂੰ ਮੈਂ ਉਹਨਾਂ ਦੀ ਹੋ ਗਈ। ਹੁਣ ਕਮਾਈ ਤਾਂ ਸੀ। ਇੱਕ ਕਹਿੰਦਾ ਚੱਲ ਓਏ ਹਾਥੀ ਜਿਹਾ ਕਰਦਾ ਕੀ ਹੈ, ਦੂਜਾ ਕਹਿੰਦਾ ਚੱਲ ਤੰਦੂਆ ਕਰਦਾ ਕੀ ਹੈ, ਜਿਹਨੂੰ ਮਗਰਮੱਛ ਕਹਿੰਦੇ। ਆਪਾਂ ਮਗਰਮੱਛ ਕਹਿੰਦੇ ਹੁੰਦੇ, ਤੰਦੂਆ ਕਹਿੰਦੇ। ਕਹਿੰਦਾ ਚੱਲ ਤੰਦੂਆ ਜਿਹਾ ਕਰਦਾ ਕੀ ਹੈ, ਉਹ ਕਹਿੰਦਾ ਚੱਲ ਹਾਥੀ ਜਿਹਾ ਕਰਦਾ ਕੀ ਹੈ। ਹੁਣ ਦੋਨਾਂ ਦੀ ਕਮਾਈ ਸੀ। ਮਰਨ ਤੋਂ ਬਾਅਦ ਇੱਕ ਭਰਾ ਤੰਦੂਆ ਪਾ ਮਗਰਮੱਛ ਬਣ ਗਿਆ, ਇੱਕ ਭਰਾ ਹਾਥੀ ਬਣ ਗਿਆ। ਹੁਣ ਦੋਨਾਂ ਨੂੰ ਕੋਈ ਪਤਾ ਨਹੀਂ ਇਸ ਜਨਮ 'ਚ, ਜਦੋਂ ਹਾਥੀ ਤੇ ਬਣੇ ਉਹ, ਵੀ ਅਸੀਂ ਭਰਾ ਸੀ ਪਿਛਲੇ ਜਨਮ 'ਚ, ਇਹ ਕੋਈ ਪਤਾ ਨਹੀਂ। ਬਿਹਾਰ 'ਚ ਇੱਕ ਨਦੀ ਹੈ ਗੰਡਕ। ਜਿਹੜਾ ਤੰਦੂਆ ਸੀ ਉਹ ਗੰਡਕ ਨਦੀ ਦੇ ਵਿੱਚ ਰਹਿਣ ਲੱਗ ਪਿਆ ਹੈ, ਕਿ ਉਹ ਪਾਣੀ 'ਚ ਰਹਿੰਦਾ। ਜਿਹੜਾ ਹਾਥੀ ਨਾਲ ਦਰਿਆ ਦੇ ਨੇੜੇ ਜਿਹੜਾ ਜੰਗਲ ਸੀ ਉਹਦੇ 'ਚ ਰਹਿੰਦਾ। ਇੱਕ ਦਿਨ ਅਚਾਨਕ ਹਾਥੀ ਪਾਣੀ ਪੀਣ ਗਿਆ ਦਰਿਆ 'ਤੇ। ਅੱਗੋਂ ਤੰਦੂਏ ਨੇ ਹਾਥੀ ਦੀਆਂ ਲੱਤਾਂ ਫੜ ਲਈਆਂ। ਤੰਦੂਆ ਹਾਥੀ ਨੂੰ ਪਾਣੀ ਵਿੱਚ ਖਿੱਚਦਾ ਹੈ, ਹਾਥੀ ਜ਼ੋਰ ਲਾਉਂਦਾ ਬਾਹਰ ਨਿਕਲਣ ਲਈ। ਦੋਨੋਂ ਬੜੇ ਤਾਕਤਵਰ ਨੇ। ਉਹ ਉਹਨੂੰ ਖਿੱਚਦਾ ਹੈ, ਉਹ ਉਹਨੂੰ ਖਿੱਚਦਾ ਹੈ। ਬਹੁਤ ਸਮਾਂ ਇਸ ਤਰ੍ਹਾਂ ਬੀਤ ਗਿਆ ਖਿੱਚਦੇ ਇੱਕ ਦੂਜੇ ਨੂੰ। ਅਖੀਰ ਨੇ ਤੰਦੂਆ ਹਾਥੀ ਨੂੰ ਖਿੱਚਦਾ ਖਿੱਚਦਾ ਡੂੰਘੇ ਪਾਣੀ 'ਚ ਲੈ ਗਿਆ। ਹਾਥੀ ਨੇ ਆਪਣੀ ਸੁੰਡ ਉੱਪਰ ਕਰ ਲਈ ਵੀ ਚਲੋ ਮੈਂ ਸਾਹ ਲੈਂਦਾ ਰਹਾਂ। ਤੰਦੂਆ ਹੋਰ ਖਿੱਚੀ ਗਿਆ। ਜਦੋਂ ਹਾਥੀ ਨੇ ਦੇਖਿਆ ਵੀ ਇਹ ਮੇਰੀ ਸੁੰਡ ਪਾਣੀ 'ਚ ਡੁੱਬ ਚੱਲੀ ਹੈ, ਹੁਣ ਮੇਰੀ ਕੋਈ ਪੇਸ਼ ਨਹੀਂ ਜਾਂਦੀ, ਉਹਨੇ ਫਿਰ ਪਰਮਾਤਮਾ ਨੂੰ ਯਾਦ ਕੀਤਾ ਅਤੇ ਪਰਮਾਤਮਾ ਆਇਆ। ਉਹਨੇ ਸੁਦਰਸ਼ਨ ਚੱਕਰ ਚਲਾਇਆ, ਤੰਦੂਏ ਦੀਆਂ ਸਾਰੀਆਂ ਤੰਦਾਂ ਕੱਟ ਕੇ ਹਾਥੀ ਨੂੰ ਜਿਹੜਾ ਮੁਕਤ ਕਰਤਾ। ਸੋ ਜਦੋਂ ਕੋਈ ਚਾਰਾ ਨਾ ਰਹੇ, ਫਿਰ ਸਿਰਫ ਅਤੇ ਸਿਰਫ ਪਰਮਾਤਮਾ ਦਾ ਓਟ ਆਸਰਾ ਹੀ ਹੁੰਦਾ। ਦੇਖੋ ਦ੍ਰੋਪਦੀ ਹੈ, ਕ੍ਰਿਸ਼ਨ ਮਹਾਰਾਜ ਦੀ ਰਿਸ਼ਤੇਦਾਰ ਵੀ ਹੈ, ਉਹਦੀ ਭਗਤਨੀ ਵੀ ਹੈ। ਉਹਨੂੰ ਭਰੀ ਸਭਾ 'ਚ
ਦੁਰਯੋਧਨ ਨੰਗਿਆਂ ਕਰ ਰਿਹਾ ਹੈ, ਮੈਨੂੰ ਨੰਗਿਆਂ ਕਰ ਦਿਓ। ਦ੍ਰੋਪਦੀ ਨੇ ਸੋਚਿਆ ਮੇਰੇ 5 ਪਤੀ ਬੈਠੇ ਨੇ, ਇੱਥੇ ਮੇਰਾ ਗੁਰੂ ਬੈਠਾ ਹੈ, ਇੱਥੇ ਫਲਾਣਾ ਬੈਠਾ ਹੈ, ਇਹ ਮੈਨੂੰ ਕਿਵੇਂ ਨੰਗਿਆਂ ਹੋਣ ਦੇਣਗੇ। ਪਰ ਕੀ ਦੇਖਦੀ ਹੈ, 5 ਪਾਂਡਵ ਸਿਰ ਨੀਵਾਂ ਕਰਕੇ ਬੈਠੇ ਨੇ। ਜਿਹੜਾ ਗੁਰੂ ਹੈ ਉਹ ਵੀ ਕੁਛ ਨਹੀਂ ਬੋਲ ਰਿਹਾ। ਉਹ ਕਹਿ ਰਿਹਾ ਦੁਰਯੋਧਨ ਨੂੰ, ਖਬਰਦਾਰ ਕੀ ਕਰ ਰਹੇ ਹੈ ਤੂੰ। ਨਹੀਂ, ਉਹਨਾਂ ਨੇ ਸਾੜੀ ਲਾਉਣੀ ਸ਼ੁਰੂ ਕਰ ਦਿੱਤੀ। ਪਹਿਲਾਂ ਬੜਾ ਜ਼ੋਰ ਲਾਇਆ, ਦ੍ਰੋਪਦੀ ਨੇ ਹੱਥਾਂ ਨਾਲ ਫੜੀ ਰੱਖੀ। ਜਦੋਂ ਨਹੀਂ ਪੇਸ਼ ਗਈ, ਸਾੜੀ ਦੇ ਲੜ ਖੁੱਲ੍ਹਣੇ ਸ਼ੁਰੂ ਹੋ ਗਏ। ਫਿਰ ਉਹਨੇ ਕ੍ਰਿਸ਼ਨ ਮਹਾਰਾਜ ਨੂੰ ਯਾਦ ਕੀਤਾ ਵੀ ਹੁਣ ਤੁਸੀਂ ਹੀ, ਮੇਰੇ ਪਤੀ ਵੀ ਮੇਰੀ ਕੋਈ ਸਹਾਇਤਾ ਨਹੀਂ ਕਰ ਰਹੇ, ਗੁਰੂ ਵੀ ਕੋਈ ਸਹਾਇਤਾ ਨਹੀਂ ਕਰ ਰਿਹਾ, ਹੋਰ ਜਿਹੜੇ ਇੱਥੇ ਬੈਠੇ ਵੱਡੇ ਪਤਵੰਤੇ ਇਹ ਵੀ ਮੇਰੀ ਕੋਈ ਸਹਾਇਤਾ ਨਹੀਂ, ਮੈਂ ਨੰਗੀ ਹੋ ਜਾਵਾਂਗੀ ਭਰੀ ਸਭਾ 'ਚ, ਤੁਸੀਂ ਮੇਰੀ ਲਾਜ ਰੱਖੋ। ਕ੍ਰਿਸ਼ਨ ਮਹਾਰਾਜ ਨੇ ਕਿਰਪਾ ਕੀਤੀ, ਉਹਨੂੰ ਨੰਗੀ ਨਹੀਂ ਹੋਣ ਦਿੱਤਾ। ਭਾਈ ਗੁਰਦਾਸ ਜੀ ਕਹਿੰਦੇ 7 ਦਿਨ ਲੱਗੇ ਰਹੇ ਉਹਦੀ ਸਾੜੀ ਲਾਉਣ 'ਤੇ, ਉਹਨੂੰ ਨੰਗਿਆਂ ਨਹੀਂ ਕਰ ਸਕੇ, ਅਖੀਰ ਤੇ ਉਹਨੂੰ ਛੱਡਣਾ ਪੈ ਗਿਆ। ਪਰ ਕ੍ਰਿਸ਼ਨ ਮਹਾਰਾਜ ਨੇ ਲਾਜ ਰੱਖੀ, ਨੰਗਿਆਂ ਨਹੀਂ ਹੋਣ ਦਿੱਤਾ। ਬਾਅਦ 'ਚ ਦ੍ਰੋਪਦੀ ਕ੍ਰਿਸ਼ਨ ਮਹਾਰਾਜ ਨੂੰ ਮਿਲਦੀ ਹੈ, ਕਹਿੰਦੇ ਜੀ ਮੈਂ ਤੈਨੂੰ ਬੜੀਆਂ ਆਵਾਜ਼ਾਂ ਮਾਰੀਆਂ, ਤੁਸੀਂ ਬੜੀ ਦੇਰ ਬਾਅਦ ਆਏ। ਕਹਿੰਦੇ ਨਾ ਦ੍ਰੋਪਦੀ, ਜਦੋਂ ਤੂੰ ਯਾਦ ਕੀਤਾ ਸੀ ਉਹਦੀਆਂ ਆ ਗਏ। ਤੂੰ ਪਹਿਲਾਂ ਹੀ ਉਡੀਕ ਕਰਦੀ ਰਹੀ ਵੀ ਮੇਰੇ ਪਤੀ ਮੇਰੀ ਸਹਾਇਤਾ ਕਰਨਗੇ, ਉਹਨਾਂ ਨਹੀਂ ਕੀਤੀ। ਤੈਨੂੰ ਪਹਿਲਾਂ ਪਤੀਆਂ 'ਤੇ ਸੀ, ਤੂੰ ਪਹਿਲਾਂ ਉਹਨਾਂ 'ਤੇ ਆਸ ਲਾਈ ਬੈਠੇ ਸੀ, ਉਹਨਾਂ ਤੇਰੀ ਕੋਈ ਸਹਾਇਤਾ ਨਹੀਂ ਕੀਤੀ। ਫਿਰ ਦਰੋਣਾਚਾਰੀਆ ਵਰਗੇ ਜਿਹੜੇ ਗੁਰੂ ਬੈਠੇ ਸਨ, ਭੀਸ਼ਮ ਪਿਤਾਮਾ ਵਰਗੇ ਬੈਠੇ ਸਨ, ਤੈਨੂੰ ਇਹ ਸੀ ਵੀ ਇਹ ਮੈਨੂੰ ਬਚਾਉਣਗੇ, ਉਹਨਾਂ ਵਿੱਚ ਤੇਰੀ ਕੋਈ ਨਹੀਂ ਸਹਾਇਤਾ ਕੀਤੀ। ਫਿਰ ਤੂੰ ਆਪ ਜ਼ੋਰ ਲਾਇਆ, ਸਾੜੀ ਘੁੱਟੀ ਰੱਖੀ ਵੀ ਇਹ ਨਾ ਖੋਲ੍ਹ ਸਕਣ, ਤੇਰਾ ਜ਼ੋਰ ਵੀ ਨਾ ਚੱਲਿਆ, ਤੂੰ ਲਾਚਾਰ ਹੋ ਕੇ ਸਾਨੂੰ ਯਾਦ ਕੀਤਾ, ਸੀ ਉਹਦੀ ਆ ਗਏ, ਉਹਦੀ ਆ ਗਏ। ਸੋ ਜਿਵੇਂ ਪਰਮਾਤਮਾ ਨੇ ਹਾਥੀ ਦੀ ਲਾਜ ਰੱਖੀ, ਦੁਸ਼ਮਣ ਤੋਂ ਬਚਾਇਆ, ਕਿਉਂਕਿ ਇਹਨੇ ਅਖੀਰਲੇ ਸਮੇਂ ਫਰਿਆਦ ਕੀਤੀ ਪਰਮਾਤਮਾ ਅੱਗੇ। ਇਸ ਤਰ੍ਹਾਂ ਦ੍ਰੋਪਦੀ ਨੇ ਫਿਰ ਅਖੀਰਲੇ ਸਮੇਂ ਫਰਿਆਦ ਕੀਤੀ ਅਤੇ ਕ੍ਰਿਸ਼ਨ ਮਹਾਰਾਜ ਆ ਗਏ। ਸੋ ਜਦੋਂ ਆਪਣਾ ਕੋਈ ਜ਼ੋਰ ਨਾ ਚੱਲੇ, ਪਰਮਾਤਮਾ ਦਾ ਓਟ ਆਸਰਾ ਲੈਣਾ ਚਾਹੀਦਾ ਹੈ। ਪਰ ਧਰਮ ਇਹ ਕਹਿੰਦਾ ਕਿ ਬਾਅਦ 'ਚ ਓਟ ਆਸਰਾ ਲੈਣ ਨਾਲ ਪਹਿਲਾਂ ਹੀ ਉਹਦਾ ਓਟ ਆਸਰਾ ਲੈ ਕੇ ਹੀ ਕੋਈ ਕੰਮ ਕਰੀਦਾ, ਪਹਿਲਾਂ ਹੀ ਉਹਦੇ ਓਟ ਆਸਰਾ ਲੈ ਕੇ ਕੰਮ ਸ਼ੁਰੂ। ਇਹ ਨਹੀਂ ਕਿ ਮੁਸੀਬਤ ਆ ਪਈ ਹੈ ਅਤੇ ਫਿਰ ਹੁਣ ਉਹਨੂੰ ਪੁਕਾਰਨਾ ਹੈ। ਗੁਰਬਾਣੀ ਕਹਿੰਦੀ ਕਾਮ ਪਰੈ ਹਰ ਸਿਮਰੀਐ, ਐਸਾ ਸਿਮਰੋ ਨਿਤ, ਅਮਰਾਪੁਰ ਬਾਸਾ ਕਰੋ, ਹਰ ਗਿਆ ਬਹੋਰੈ ਬਿਤ। ਕੰਮ ਪੈਣ ਜੇ ਅਸੀਂ ਰੱਬ ਨੂੰ ਯਾਦ ਕਰਦੇ, ਰਾਮ ਰਾਮ ਵਾਹਿਗੁਰੂ ਵਾਹਿਗੁਰੂ ਕਰਦੇ, ਕੰਮ ਪੈ ਗਏ ਨਾ। ਹੁਣ ਕੰਮ ਪੈ ਗਏ, ਫਸੇ ਹੋਏ ਕਰਦੇ, ਉਂਝ ਨਹੀਂ ਕਰਦੇ। ਇਹ ਬੰਦਾ ਫਸਿਆ ਹੋਇਆ ਭਜਨ ਬੰਦਗੀ ਕਰਦਾ। ਕਾਮ ਪਰੈ ਹਰ ਸਿਮਰੀਐ, ਕੰਮ ਪੈਣ 'ਤੇ ਹਰੀ ਦਾ ਸਿਮਰਨ ਲੋਕ ਕਰਦੇ ਨੇ। ਐਸਾ ਸਿਮਰੋ ਨਿਤ, ਪਰਮਾਤਮਾ ਦਾ ਰੋਜ਼ ਹੀ ਸਿਮਰਨ ਕਰੋ, ਇਹ ਥੋੜ੍ਹਾ ਕੰਮ ਪੈਣ 'ਤੇ ਕਰਨਾ। ਜੇ ਤੁਸੀਂ ਰੋਜ਼ ਕਹਿੰਦੇ ਸਿਮਰਨ ਕਰੋਗੇ ਨਾ, ਅਮਰਾਪੁਰ ਵਾਸਾ ਕਰੋ। ਅਮਰਾਪੁਰੀ ਇੱਕੋ ਹੀ ਪੁਰੀ, ਅਮਰਾਪੁਰੀ ਜਿਹਨੂੰ ਸੱਚਖੰਡ ਕਹਿੰਦੇ ਨੇ। ਮਰਨ ਤੋਂ ਬਾਅਦ ਤੁਹਾਡਾ ਵਾਸਾ ਸੱਚਖੰਡ 'ਚ ਹੋ ਜਾਏਗਾ। ਹਰ ਗਿਆ ਬਹੋਰੈ ਬਿੱਤ, ਬਿੱਤ ਹੁੰਦਾ ਧਨ ਦੌਲਤ, ਵਿੱਤ। ਜਿਹੜਾ ਜ਼ਿੰਦਗੀ ਤੁਹਾਡਾ ਆਰਥਿਕ ਨੁਕਸਾਨ ਹੋ ਗਿਆ, ਧਨ ਦੌਲਤ ਦਾ ਕੋਈ ਨੁਕਸਾਨ ਹੋ ਗਿਆ, ਕੋਈ ਚੋਰੀ ਹੋ ਗਈ ਹੈ, ਕੋਈ ਜੇਬ ਕੱਟੀ ਗਈ ਹੈ, ਜਾਂ ਪੈਸੇ ਡਿੱਗ ਪਏ ਨੇ, ਜਾਂ ਵਪਾਰ 'ਚ ਘਾਟਾ ਪੈ ਗਿਆ ਹੈ, ਜਾਂ ਕਿਸੇ ਨੇ ਪੈਸੇ ਲੈ ਕੇ ਤੁਹਾਡੇ ਮੋੜੇ ਨਹੀਂ, ਕਹਿੰਦੇ ਤੁਸੀਂ ਰੋਜ਼ ਸਿਮਰਨ ਕਰੋਗੇ ਨਾ, ਜਿਹੜਾ ਤੁਹਾਡਾ ਧਨ ਗੁਆਚ ਗਿਆ ਉਹ ਵੀ ਤੁਹਾਨੂੰ ਮਿਲ ਜਾਵੇਗਾ। ਅਮਰਾਪੁਰ ਵਾਸਾ ਕਰੋ, ਹਰ ਗਿਆ ਬਹੋਰੈ ਬਿਤ।
ਬੋਹਰਾ ਹੁੰਦਾ ਵਾਪਸ ਕਰ ਦੇਣਾ। ਗਿਆ ਹੋਇਆ ਧਨ ਵੀ ਪਰਮਾਤਮਾ ਵਾਪਸ ਕਰ ਦਿੰਦਾ। ਇਹ ਨਹੀਂ ਕਿ ਕੰਮ ਵੇਲੇ ਹੀ ਯਾਦ ਕਰਨਾ, ਉਂਝ ਨਹੀਂ ਕਰਨਾ। ਇਹਨੂੰ ਸਵਾਰਥੀ ਕਹਿੰਦੇ ਨੇ। ਉਹ ਬੰਦੇ ਸਵਾਰਥੀ ਹੁੰਦੇ ਨੇ। ਕੰਮ ਹੈ ਤਾਂ ਰਿਸ਼ਤੇਦਾਰ ਨੂੰ ਮਿਲਣ ਜਾਂਦੇ ਨੇ, ਟੈਲੀਫੋਨ ਕਰਦੇ ਨੇ। ਜੇ ਨਹੀਂ ਕੰਮ, ਕੋਈ ਹਾਲ ਚਾਲ ਨਹੀਂ ਪੁੱਛਦੇ, ਕੋਈ ਹਾਲ ਚਾਲ ਨਹੀਂ ਪੁੱਛਦੇ। ਸਵਾਰਥ ਵੇਲੇ ਫਿਰ ਜਾਂਦੇ ਨੇ, ਸਵਾਰਥ ਵੇਲੇ ਫਿਰ ਜੀ ਜੀ ਕਰਨਗੇ। ਇਸ ਲਈ ਕਹਿੰਦੇ ਰੋਜ਼ ਹੀ ਸਿਮਰਨ ਕਰੋ ਪਰਮਾਤਮਾ ਦਾ। ਸੋ ਗੁਰੂ ਮਹਾਰਾਜ ਕਹਿੰਦੇ ਨੇ ਬਲ ਛੁੱਟ ਗਿਆ ਹੈ, ਬਲ ਨਹੀਂ ਰਿਹਾ, ਅਨੇਕਾਂ ਪ੍ਰਕਾਰ ਦੇ ਬੰਧਨ ਪੈ ਗਏ ਨੇ। ਉਹਨਾਂ ਬੰਧਨਾਂ ਦਾ ਛੁੱਟਣ ਦਾ ਕੋਈ ਉਪਾਅ ਵੀ ਨਹੀਂ ਸੁੱਝ ਰਿਹਾ ਵੀ ਕਿਵੇਂ ਛੁਟਕਾਰਾ ਹੋਵੇ। ਤਾਂ ਕਹਿੰਦੇ ਫਿਰ ਕਹੋ ਨਾਨਕ ਅਬ ਓਟ ਹਰ ਕਾਜਿਓ ਹੋ ਸਹਾਈ। ਫਿਰ ਪਰਮਾਤਮਾ ਦਾ ਓਟ ਆਸਰਾ ਲਵੋ ਅਤੇ ਉਹਨੂੰ ਕਹੋ ਜਿਵੇਂ ਤੁਸੀਂ ਹਾਥੇ ਦੀ ਸਹਾਇਤਾ ਕੀਤੀ ਸੀ ਨਾ, ਐਂ ਦੁੱਖ 'ਚ ਹੁਣ ਮੇਰੀ ਸਹਾਇਤਾ ਕਰੋ। ਫਿਰ ਪਰਮਾਤਮਾ ਬਲ ਦੇਵੇਗਾ। ਪਹਿਲਾਂ ਬਲਹੀਨ ਸੀ, ਪਰਮਾਤਮਾ ਬਲ ਦੇਵੇਗਾ। ਬਲ ਹੋਆ ਬੰਧਨ ਛੁਟੇ, ਸਭ ਕਿਛ ਹੋਤ ਉਪਾਏ, ਨਾਨਕ ਸਭ ਕਿਛ ਤੁਮਰੇ ਹਾਥ ਮੈਂ, तुम ही होत सहाय। फिर जब बल देता परमात्मा ने, मानसिक शक्ति देती है, मन मजबूत हो गया है। मन हुण भै डर नहीं किसी का मन रहा, क्योंकि जिहड़ा परमात्मा तो डरदा है वो मनुखा तो नहीं डरदा। जिहड़ा परमात्मा तो नहीं डरदा वही लोकां तो डरदा है। ਆ ਜਿੰਨੇ ਸ਼ਹੀਦ ਨੇ ਸਿੱਖ ਧਰਮ 'ਚ ਹੋਏ, ਇਹ ਪਰਮਾਤਮਾ ਤੋਂ ਡਰਦੇ ਸਨ, ਹੋਰ ਕਿਸੇ ਰਾਜੇ ਮਹਾਰਾਜੇ ਨਵਾਬ ਤੋਂ ਵੀ ਨਹੀਂ ਡਰੇ। ਠੀਕ ਹੈ, ਉਹਨਾਂ ਭਾਵੇਂ ਬੰਦ ਕੱਢਤੇ, ਆਰੇ ਨਾਲ ਭਾਵੇਂ ਉਹਨਾਂ ਚੀਰਤੇ, ਰੂਹ 'ਚ ਲਪੇਟ ਕੇ ਸਾੜਤੇ, ਪਾਣੀ 'ਚ ਉਬਾਲ ਕੇ ਡੋਬ ਕੇ ਮਾਰਤੇ, ਚਰਖੜੀਆਂ 'ਤੇ ਚੜ੍ਹਾਤੇ, ਬੰਦ ਕੱਢਤੇ, ਭਾਵੇਂ ਮਾਸ ਜਮੂਰਾਂ ਨਾਲ ਨੋਚ ਲਿਆ ਗਿਆ, ਪਰ ਉਹ ਡਰੇ ਨਹੀਂ, ਕਿ ਆਤਮਿਕ ਬਲ ਹੀ ਪਰਮਾਤਮਾ ਨੂੰ ਇੰਨਾ ਦੇਤਾ। ਬੰਧਨ ਆਪੇ ਹੀ ਛੁੱਟ ਜਾਂਦੇ। ਬਲ ਹੋਆ ਬੰਧਨ ਛੁੱਟੇ। ਪਹਿਲਾਂ ਬਲ ਹੈ ਨਹੀਂ ਸੀ, ਬੰਧਨ ਪੈ ਗਏ, ਫਿਰ ਪਰਮਾਤਮਾ ਨੇ ਬਲ ਦਿੱਤਾ, ਸਾਰੇ ਬੰਧਨ ਛੁੱਟ ਗਏ। ਸਭ ਕੁਝ ਹੋ ਤਾਂ ਪਾਏ, ਫਿਰ ਹੁਣ ਉਪਾਅ ਵੀ ਹੋ ਗਿਆ ਹੈ। ਪਹਿਲਾਂ ਬੰਧਨਾਂ ਤੋਂ ਛੁੱਟਣ ਦਾ ਕੋਈ ਉਪਾਅ ਹੀ ਨਹੀਂ ਸੀ ਦਿਸਦਾ, ਹੁਣ ਉਪਾਅ ਵੀ ਸਾਰੇ ਹੋ ਗਏ, ਉਪਾਅ ਵੀ ਹੋ ਗਏ। ਨਾਨਕ ਸਭ ਕੁਝ ਤੁਮਰੇ ਹੱਥ ਮੈਂ, ਹੇ ਪਰਮਾਤਮਾ ਸਾਰਾ ਕੁਝ ਤੇ ਤੇਰੇ ਹੱਥ 'ਚ ਹੈ, ਤੁਮ ਹੀ ਹੋਤ ਸਹਾਏ, ਤੁਸੀਂ ਹੀ ਸਹਾਇਤਾ ਕਰਦੇ ਹੋ। ਔਖੇ ਵੇਲੇ ਅਸਲ 'ਚ ਤੁਸੀਂ ਹੀ ਪਰਮਾਤਮਾ ਲੋਕਾਂ ਦੇ ਮਿੱਤਰ ਹੋ। ਕਈ ਵਾਰੀ ਮਿੱਤਰ ਵੀ ਔਖੇ ਸਮੇਂ ਸਾਥ ਛੱਡ ਜਾਂਦਾ। ਆ ਕਰੋਨਾ ਦੇ ਵਿੱਚ ਸਕਾ, ਧੀ, ਪੁੱਤਰ, ਪਤਨੀ, ਭੈਣ, ਭਰਾ, ਰਿਸ਼ਤੇਦਾਰ, ਦੋਸਤ, ਮਿੱਤਰ ਸਭ ਸਾਥ ਛੱਡ ਜਾਂਦੇ ਨੇ। ਟੈਲੀਫੋਨ 'ਤੇ ਹਾਲ ਚਾਲ ਪੁੱਛੀ ਜਾਣੇ, ਮਜਾਲ ਉਹਦੇ ਕਮਰੇ 'ਚ ਜਾ ਕੇ ਪੁੱਛ ਲੈਣ ਉਹਨੂੰ। ਮੈਂ ਦੇਖੇ ਇਹਨਾਂ ਤਾਂ ਲੋਕ ਭੂਤਾਂ ਪ੍ਰੇਤਾਂ ਤੋਂ ਨਹੀਂ ਡਰਦੇ ਜਿੰਨਾ ਕਰੋਨਾ ਤੋਂ ਡਰਦੇ ਨੇ। ਕਿਉਂ? ਇਹ ਲਾਗ ਦੀ ਬਿਮਾਰੀ ਹੈ, ਇਹ ਛੂਤ ਦੀ ਬਿਮਾਰੀ ਹੈ। ਅਗਰ ਤੁਸੀਂ ਮਰੀਜ਼ ਨੂੰ ਛੂਹੋਗੇ ਜਾਂ ਮਰੀਜ਼ ਦੇ ਨਜ਼ਦੀਕ ਜਾਓਗੇ, ਉਹਦੇ ਸਾਹ ਰਾਹੀਂ ਤੁਹਾਨੂੰ ਵੀ ਕਰੋਨਾ ਹੋ ਸਕਦਾ ਹੈ। ਇਸ ਲਈ ਲੋਕ ਜਾਂਦੇ ਨਹੀਂ, ਨਾ ਨੇੜੇ ਜਾਂਦੇ ਨੇ, ਨਾ ਹੱਥ ਲਾਉਂਦੇ ਨੇ। ਮਰੇ ਹੋਏ ਨੂੰ ਵੀ ਹੱਥ ਨਹੀਂ ਲਾਉਂਦੇ, ਮਰੇ ਹੋਏ ਤੋਂ ਵੀ ਡਰਦੇ ਨੇ। ਜਿਉਂਦੇ ਤਾਂ ਚੱਲ ਡਰਦੇ ਹੀ ਡਰਦੇ ਨੇ। ਕਰੋਨੇ ਵਾਲਾ ਬੰਦਾ ਮਰ ਗਿਆ, ਘਰ ਦਾ ਜੀ ਕੋਈ ਫੂਕਣ ਲਈ ਤਿਆਰ ਨਹੀਂ ਹੁੰਦਾ, ਉਹਨੂੰ ਚੱਕ ਕੇ ਲੱਕੜਾਂ 'ਤੇ ਰੱਖਣ ਨੂੰ ਤਿਆਰ ਨਹੀਂ ਹੁੰਦਾ। ਫਿਰ ਉਦੋਂ ਕੌਣ ਸਹਾਇਤਾ ਕਰੇਗਾ? ਉਦੋਂ ਫਿਰ ਪਰਮਾਤਮਾ ਹੀ ਕਰੇਗਾ। ਰਿਸ਼ਤੇਦਾਰ ਤਾਂ ਸਭ ਛੱਡ ਗਏ, ਰਿਸ਼ਤੇਦਾਰ ਤਾਂ ਸਾਰੇ ਛੱਡ ਗਏ। ਕੁਛ ਤਾਂ ਉਹ ਵੀ ਸਿਆਣਾ ਦਾ ਆਪ ਹੀ ਕਹਿੰਦੇ ਭਾਈ ਮੈਨੂੰ ਮਿਲਣ ਨਾ ਆਇਓ,
ਚਲੋ ਮੈਂ ਤੁਹਾਨੂੰ ਫਸਿਆ ਹੋਇਆ, ਤੁਸੀਂ ਕਾਹਨੂੰ ਐਵੇਂ ਬਿਮਾਰ ਹੋ ਗਏ, ਮੈਨੂੰ ਮਿਲਣ ਹੀ ਨਾ ਆਓ। ਐਕਚੁਅਲੀ ਕੋਈ ਜਾਣ ਲਈ ਵੀ ਤਿਆਰ ਨਹੀਂ ਹੈਗਾ, ਕੋਈ ਜਾਣ ਲਈ ਤਿਆਰ ਨਹੀਂ ਹੁੰਦਾ। ਉਦੋਂ ਫਿਰ ਸਹਾਇਤਾ ਉਦੋਂ ਪਰਮਾਤਮਾ ਨੂੰ ਕਹਿਣਾ ਚਾਹੀਦਾ। ਫਿਰ ਜਦੋਂ ਕੋਈ ਸਹਾਇਤਾ ਨਹੀਂ ਕਰਦਾ, ਫਿਰ ਸਿਰ ਤੇ ਸਿਰ ਪਰਮਾਤਮਾ ਹੀ ਸਹਾਇਤਾ ਕਰਦਾ ਹੈ। ਤੁਮ ਹੀ ਹੋਤ ਸਹਾਏ, ਤੁਸੀਂ ਹੀ ਸਹਾਈ ਹੁੰਦੇ ਹੋ। ਅੱਗੇ ਕਹਿੰਦੇ ਸੰਗ ਸਖਾ ਸਭ ਤਜ ਗਏ, ਕੋ ਨਾ ਨਿਭਿਓ ਸਾਥ, ਕਹ ਨਾਨਕੇ ਬਿਪਤ ਮੈਂ ਟੇਕ ਏਕ ਰਘੁਨਾਥ। ਕਈ ਵਾਰੀ ਬਿਪਤਾ ਆ ਜਾਂਦੀ ਹੈ, ਬੰਦਾ ਬਿਪਤਾ 'ਚ ਫਸ ਗਿਆ ਹੈ। ਸੰਗ ਸਖਾ, ਜਿਹੜੇ ਹਮੇਸ਼ਾ ਨਾਲ ਰਹਿੰਦੇ ਸਨ, ਸਾਥੀ, ਸੰਗੀ ਸਾਥੀ, ਸੰਗ ਸਭ ਤਾਜੇ ਸਾਰੇ ਛੱਡ ਕੇ ਚਲੇ ਗਏ, ਸਾਰੇ ਛੱਡ ਗਏ ਬਿਪਤਾ ਦੇ ਵਿੱਚ। ਕਉ ਨਾ ਨਿਭਿਓ ਸਾਥ, ਕੋਈ ਨਾਲ ਨਹੀਂ ਨਿਭਿਆ, ਕੋਈ ਨਾਲ ਨਹੀਂ ਨਿਭਿਆ। ਬਿਪਤਾ ਸਭ ਸੰਗੀ ਸਾਥੀ ਛੱਡ ਗਏ। ਕਹੋ ਨਾਨਕੇ ਬਿਪਤ ਮੈਂ ਟੇਕ ਏਕ ਰਘੁਨਾਥ। ਗੁਰੂ ਮੈਂ ਕੇ ਬਿਪਤਾ 'ਚ ਪਰਮਾਤਮਾ ਦਾ ਓਟ ਆਸਰਾ ਲਵੋ। ਰਘੁਨਾਥ ਪਰਮਾਤਮਾ ਨੂੰ ਕਹਿੰਦੇ, ਟੇਕ ਏਕ ਰਘੁਨਾਥ, ਇੱਕ ਪਰਮਾਤਮਾ ਦਾ ਹੀ ਓਟ ਆਸਰਾ ਲਓ, ਕਿਉਂਕਿ ਬਾਕੀ ਵੀ ਬਿਪਤਾ ਸਾਰੀ ਛੱਡ ਗਏ। ਜੇ ਮਨੁੱਖ ਕਿਸੇ ਦਾ ਓਟ ਆਸਰਾ ਨਹੀਂ ਲੈਂਦਾ, ਇਹ ਬਿਪਤਾ 'ਚ ਕਦੇ ਨਿਕਲ ਹੀ ਨਹੀਂ ਸਕਦਾ। ਜਿਹੜੇ ਪਰਮਾਤਮਾ ਦਾ ਓਟ ਆਸਰਾ ਨਹੀਂ ਲੈਂਦੇ, ਉਹਨਾਂ ਨੂੰ ਡਿਪਰੈਸ਼ਨ ਕਈਆਂ ਨੂੰ ਹੋ ਜਾਂਦਾ। ਡਿਪਰੈਸ਼ਨ ਇੱਕ ਐਸੀ ਬਿਮਾਰੀ, ਮਾਨਸਿਕ ਬਿਮਾਰੀ ਹੈ, ਇਸ ਵਿੱਚ ਕੋਈ ਕੰਮ ਕਰਨ ਨੂੰ ਜੀਅ ਨਹੀਂ ਕਰਦਾ, ਕਿਸੇ ਨੂੰ ਮਿਲਣ ਨੂੰ ਜੀਅ ਨਹੀਂ ਕਰਦਾ, ਮਰ ਜਾਣ ਨੂੰ ਜੀਅ ਕਰਦਾ। ਇਸ ਲਈ ਜਿਹਨੂੰ ਡਿਪਰੈਸ਼ਨ ਹੋ ਜਾਂਦਾ ਹੈ, ਡਾਕਟਰ ਘਰ ਦੇ ਜੀਆਂ ਨੂੰ ਕਹਿੰਦੇ ਇਹਨੂੰ ਛੱਤ 'ਤੇ ਨਹੀਂ ਚੜ੍ਹਨ ਦੇਣਾ, ਕਿਉਂਕਿ ਇਹਦਾ ਮਰ ਜਾਣ ਨੂੰ ਜੀਅ ਕਰਦਾ। ਹੋ ਨਾ ਅਜਿਹਾ ਨਾ ਕਿ ਛੱਤ ਤੋਂ ਛਾਲ ਮਾਰ ਦੇ। ਇਹਨੂੰ ਨਹਿਰ ਦੇ ਕੰਢੇ ਸੈਰ ਨਹੀਂ ਕਰਨ ਦੇਣੀ, ਕਿਉਂਕਿ ਡਿਪਰੈਸ਼ਨ 'ਚ ਹੈ, ਇਹਦਾ ਜਿਉਣ ਨੂੰ ਜੀਅ ਨਹੀਂ ਕਰਦਾ, ਉਸ ਦਾ ਨਹਿਰ 'ਚ ਛਾਲ ਮਾਰ ਦੇ। ਇਹਦਾ ਖਿਆਲ ਰੱਖਣਾ, ਇਹਦੇ ਨਾਲ ਕੋਈ ਨਾ ਕੋਈ ਹੋਣਾ ਚਾਹੀਦਾ ਹੈ। ਪਰ ਜੋ ਭਜਨ ਬੰਦਗੀ ਕਰਦਾ ਹੈ, ਹੁਣ ਮੇਰੇ ਕੋਲ ਕਈ ਆ ਜਾਂਦੇ, ਫਿਰ ਕਈ ਤਾਂ ਆਪ ਹੀ ਆ ਜਾਂਦੇ ਜਿਹਨਾਂ ਅਜੇ ਡਿਪਰੈਸ਼ਨ ਸ਼ੁਰੂ ਹੋਇਆ, ਪਤਾ ਡਾਕਟਰ ਨੇ ਕਹਿਤਾ ਤੈਨੂੰ ਡਿਪਰੈਸ਼ਨ ਹੋਇਆ ਹੈ। ਕਈ ਤਾਂ ਆਪ ਹੀ ਅਰਦਾਸ ਕਰਾਉਣ ਆ ਜਾਂਦੇ ਨੇ, ਕਈਆਂ ਦੇ ਮਾਂ ਪਿਓ ਰਿਸ਼ਤੇਦਾਰ ਆਉਂਦੇ ਨੇ। ਹੁਣ ਮੈਨੂੰ ਪਤਾ ਹੈ ਬਈ ਮਨ ਕਮਜ਼ੋਰ ਹੋ ਗਿਆ ਹੈ, ਮਨ ਕਮਜ਼ੋਰ ਹੋ ਗਿਆ ਬੰਦੇ ਦਾ, ਇਸ ਲਈ ਡਿਪਰੈਸ਼ਨ 'ਚ ਚਲਿਆ ਗਿਆ। ਇਹਨੂੰ ਜਿਹੜੀ ਕੋਈ ਮੁਸੀਬਤ ਸੀ, ਜਿਹੜਾ ਵਿਚਾਰ ਸੀ, ਉਸ 'ਚੋਂ ਬਾਹਰ ਨਿਕਲਣ ਦਾ ਰਾਹ ਨਹੀਂ ਲੱਭ ਰਿਹਾ, ਇਸ ਲਈ ਮਰ ਜਾਣਾ ਚਾਹੁੰਦਾ। ਇਹਦਾ ਮਨ ਕਮਜ਼ੋਰ ਹੋ ਗਿਆ। ਫਿਰ ਉਹਨੂੰ ਸ਼ਬਦ ਦੇਈਦਾ ਕਿ ਤੂੰ ਇਸ ਸ਼ਬਦ ਦਾ ਜਾਪ ਕਰ, ਉਹਨੂੰ ਕਹਿੰਦੇ ਤੇਰਾ ਡਿਪਰੈਸ਼ਨ ਠੀਕ ਹੋ ਜਾਏਗਾ। ਭਾਵ ਸ਼ਬਦ ਦਾ ਜਾਪ ਕਰੇਗਾ, ਬਾਣੀ ਉਹਦੇ ਮਨ ਨੂੰ ਮਜ਼ਬੂਤ ਕਰੇਗੀ। ਜਿਉਂ-ਜਿਉਂ ਮਨ ਮਜ਼ਬੂਤ ਹੋਈ ਜਾਏਗਾ, ਤਿਉਂ-ਤਿਉਂ ਬੰਦਾ ਤੰਦਰੁਸਤ ਹੋਣਾ ਸ਼ੁਰੂ ਹੋ ਜਾਏਗਾ। ਬਸ ਬਾਕੀ ਉਹਨੂੰ ਕਹਿੰਦੇ ਭਾਈ ਨਾਲ ਦਵਾਈ ਵੀ ਲੈ ਲੈ, ਡਾਕਟਰ ਜਿਹੜੇ ਦਿਮਾਗ ਵਾਲੇ ਡਾਕਟਰ ਨੇ, ਇਹਨਾਂ ਤੋਂ ਦਵਾਈ ਵੀ ਨਾਲ ਲੈ ਲਾ, ਨਾਲ ਇਹ ਪਾਠ ਕਰ। ਸੋ ਉਹਦਾ ਮਨ ਮਜ਼ਬੂਤ ਹੋ ਜਾਂਦਾ। ਜਦੋਂ ਮਨ ਮਜ਼ਬੂਤ ਹੋ ਜਾਂਦਾ ਹੈ, ਉਹ ਤੰਦਰੁਸਤ ਹੋਣਾ ਸ਼ੁਰੂ ਹੋ ਜਾਂਦਾ। ਇਸ ਲਈ ਪਰਮਾਤਮਾ ਦਾ ਓਟ ਆਸਰਾ ਲੈਣਾ ਚਾਹੀਦਾ। ਇਹ ਨਹੀਂ ਕਿ ਮੁਸੀਬਤ ਆ ਪਈ ਉਦੋਂ ਲਵੋ, ਨਹੀਂ, ਵੈਸੇ ਹੀ ਉਹਦਾ ਓਟ ਆਸਰਾ ਰੱਖੋ, ਉਹਦਾ ਓਟ ਆਸਰਾ ਰੱਖੋ ਕਿ ਸੱਚੇ ਪਾਤਸ਼ਾਹ ਤੂੰ ਹੀ ਕਿਰਪਾ ਕਰਨੀ। ਮੈਂ ਸਫ਼ਰ 'ਤੇ ਚੱਲਿਆ, ਰਾਜ਼ੀ ਖੁਸ਼ੀ ਲੈ ਜਾਈ, ਰਾਜ਼ੀ ਖੁਸ਼ੀ ਮੋੜ ਦੇ ਨਾ ਰਹਿਣਾ, ਤੁਸੀਂ ਕਿਰਪਾ ਰੱਖਣੀ। ਜੇ ਤੁਸੀਂ ਜਾਂਦੇ ਹੋ, ਕੋਈ ਬਾਣੀ ਪੜ੍ਹ ਰਹੇ ਹੋ, ਸ਼ਬਦ ਪੜ੍ਹ ਰਹੇ ਹੋ, ਕੀਰਤਨ ਸੁਣ ਰਹੇ ਹੋ ਜਾਂ ਨਾਮ ਜਪ ਰਹੇ ਹੋ, ਤਾਂ ਫਿਰ ਗੁਰੂ ਮਹਾਰਾਜ ਨਾਲ ਹੁੰਦੇ ਨੇ।
ਹੁਣ ਜਿਸ ਕਾਰ ਦੇ ਵਿੱਚ ਤੁਸੀਂ ਸਫ਼ਰ ਕਰ ਰਹੇ ਹੋ, ਉਸ ਕਾਰ ਦੇ ਵਿੱਚ ਗੁਰੂ ਮਹਾਰਾਜ ਬੈਠੇ ਨੇ, ਤਾਂ ਉਸ ਕਾਰ ਦਾ ਐਕਸੀਡੈਂਟ ਕਿਵੇਂ ਹੋ ਸਕਦਾ? ਲੋਕਾਂ ਦੇ ਗੰਦੇ ਗਾਣੇ ਲਾਏ ਹੁੰਦੇ ਨੇ ਕਾਰ 'ਚ, ਵੱਡੇ ਵੱਡੇ ਡਮ ਜਿਹੇ ਰੱਖੇ ਹੁੰਦੇ ਨੇ। ਅੱਜ ਤੋਂ ਕਈ ਵਾਰੀ ਗੇਟ ਕੋਲੋਂ ਲੰਘਦੇ ਪਤਾ ਲੱਗਦਾ ਵੀ ਹਾਂ ਇਹ 'ਚ ਵੱਡੇ ਵੱਡੇ ਡਮ ਜਿਹੇ ਲਾਏ ਹੋਏ ਨੇ। ਉਹ ਪਿੱਛੇ ਸਮਾਨ ਰੱਖਣ ਨੂੰ ਥਾਂ ਹੀ ਨਹੀਂ ਹੁੰਦਾ, ਕਹਿੰਦੇ ਇੱਥੇ ਤਾਂ ਡਮ ਫਿੱਟ ਨੇ। ਹੁਣ ਫਿਰ ਦੁਰਘਟਨਾਵਾਂ ਹੋਣਗੀਆਂ। ਦੂਜਾ ਕਾਰਨ ਦੁਰਘਟਨਾਵਾਂ ਦਾ ਹੈ ਮੋਬਾਈਲ ਸੁਣੀ ਜਾਣਾ। ਚਾਹੇ ਸਕੂਟਰ ਹੈ, ਮੋਪਡ ਹੈ, ਕਾਰ ਹੈ, ਈਵਨ ਟਰੱਕ ਹੈ, 90% ਲੋਕ ਇੱਕ ਹੱਥ ਨਾਲ ਚਲਾ ਰਹੇ ਹੁੰਦੇ ਨੇ। ਇੱਕ ਹੱਥ 'ਚ ਮੋਬਾਈਲ ਹੈ, ਸਿਰਫ ਇੱਕ ਹੱਥ 'ਚ ਚਲਾਇਆ, ਉਸੇ ਹੱਥ ਨਾਲ ਹੀ ਗੇਅਰ ਬਦਲਦੇ ਨੇ, ਉਸੇ ਹੱਥ ਨਾਲ ਹੀ ਹੈਂਡਲ ਨੂੰ ਇੱਧਰ ਉੱਧਰ ਕਰਦੇ ਨੇ। ਦੋ ਪਾਸੇ ਧਿਆਨ ਹੋ ਗਿਆ। ਧਿਆਨ ਇੱਕੋ ਪਾਸੇ ਰਹੇਗਾ ਤਾਂ ਹੀ ਗੱਲ ਬਣੇਗੀ ਨਾ। ਜਦੋਂ ਧਿਆਨ ਦੋ ਪਾਸੇ ਹੋ ਜਾਏਗਾ, ਕਾਮਯਾਬੀ ਨਹੀਂ ਮਿਲਿਆ ਕਰਦੀ। ਤੁਸੀਂ ਬਾਣੀ ਪੜ੍ਹ ਰਹੇ ਹੋ, ਕਦੇ ਧਿਆਨ ਬਾਣੀ 'ਚ, ਕਦੇ ਲੋਕਾਂ 'ਚ, ਨਹੀਂ ਗੱਲ ਬਣੇਗੀ, ਨਹੀਂ ਗੱਲ ਬਣੇਗੀ। ਸਿਮਰਨ ਕਰ ਰਹੇ ਹੋ, ਕਦੇ ਧਿਆਨ ਵਾਹਿਗੁਰੂ ਵੱਲ, ਕਦੇ ਸੰਸਾਰ ਵੱਲ। ਇੱਕੋ ਪਾਸੇ ਜਦੋਂ ਧਿਆਨ ਹੋਵੇਗਾ ਫਿਰ ਜਾ ਕੇ ਪ੍ਰਾਪਤੀ ਹੁੰਦੀ। ਉਹਨੂੰ ਕਹਿੰਦੇ ਨੇ ਸ਼ਬਦ ਸੁਰਤ ਦਾ ਮੇਲ। ਸ਼ਬਦ ਬਾਣੀ ਜਾਂ ਨਾਮ, ਇਹ ਸ਼ਬਦ ਹੈ। ਸੁਰਤ ਬਣੇ ਧਿਆਨ। ਬਾਣੀ ਪੜ੍ਹ ਰਹੇ ਹੋ, ਧਿਆਨ ਬਾਣੀ ਪੜ੍ਹਨ 'ਚ ਹੋਣਾ ਚਾਹੀਦਾ, ਪ੍ਰਾਪਤੀ ਬਹੁਤ ਛੇਤੀ ਹੋਵੇਗੀ। ਨਾਮ ਜਪ ਰਹੇ ਹੋ, ਸਿਮਰਨ ਕਰ ਰਹੇ ਹੋ, ਵਾਹਿਗੁਰੂ ਵਾਹਿਗੁਰੂ, ਧਿਆਨ ਵਾਹਿਗੁਰੂ ਵੱਲ ਹੈ, ਪ੍ਰਾਪਤੀ ਛੇਤੀ ਹੋ ਜਾਏਗੀ। ਪਰ ਮੂੰਹ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਅਤੇ ਧਿਆਨ ਸੰਸਾਰ ਕੰਮਾਂ 'ਚ ਗਿਆ ਹੋਇਆ, ਨਹੀਂ ਗੱਲ ਬਣਦੀ। ਧਿਆਨ ਵੰਡਿਆ ਗਿਆ ਹੈ, ਧਿਆਨ ਵੰਡਿਆ ਗਿਆ ਹੈ। ਨਾ ਰਾਮ ਕੇ ਰਹੇ, ਨਾ ਇਸ ਸੰਸਾਰ ਦੇ ਰਹੇ। ਦੋ ਬੇੜੀਆਂ 'ਚ ਪੈਰ ਧਰਨ ਵਾਲੀ ਗੱਲ ਹੋ ਗਈ ਨਾ। ਅਤੇ ਇੰਗਲਿਸ਼ ਦੀ ਕਹਾਵਤ ਹੈ, ਬਿਟਵੀਨ ਟੂ ਸਟੂਲਸ ਯੂ ਆਰ ਸ਼ੋਰ ਟੂ ਫਾਲ ਟੂ ਦ ਗਰਾਊਂਡ। ਦੋ ਬੇੜੀਆਂ 'ਚ ਪੈਰ ਰੱਖ ਕੇ ਤੁਸੀਂ ਡਿੱਗ ਪਓਗੇ। ਇੱਕ ਬੇੜੀ ਉੱਧਰ ਨੂੰ ਜਾ ਰਹੀ, ਇੱਕ ਉੱਧਰ ਨੂੰ ਜਾ ਰਹੀ, ਡਰਮ ਕਰਕੇ ਪਾਣੀ ਡਿੱਗ ਪਓ। ਇਸ ਲਈ ਕੋਸ਼ਿਸ਼ ਕਰਨੀ ਹੈ। ਛੇਤੀ ਛੇਤੀ ਨਹੀਂ ਵਸ 'ਚ ਆਉਂਦਾ। ਮਨ ਵਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਇਹ ਤਾਂ ਗੁਰੂ ਜਾਂ ਪਰਮਾਤਮਾ ਦੀ ਕਿਰਪਾ ਹੋ ਜਾਏ, ਫਿਰ ਮਨ ਟਿਕ ਜਾਂਦਾ ਹੈ, ਫਿਰ ਮਨ ਇੱਕੋ ਪਾਸੇ ਨੂੰ ਹੋ ਜਾਂਦਾ ਹੈ। ਜਦੋਂ ਇੱਕੋ ਪਾਸੇ ਨੂੰ ਹੋ ਜਾਂਦਾ, ਫਿਰ ਇਹ ਪ੍ਰਾਪਤੀ ਵਾਲੇ ਪਾਸੇ ਦੀ ਗੱਲ ਬਣ ਸਕਦੀ ਹੈ, ਫਿਰ ਪ੍ਰਾਪਤੀ ਹੋ ਸਕਦੀ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਜਦੋਂ ਬਿਪਤਾ ਪੈਂਦੀ ਹੈ, ਸੰਗੀ ਸਾਥੀ ਸਭ ਛੱਡ ਜਾਂਦੇ ਨੇ, ਕੋਈ ਨਾਲ ਨਹੀਂ ਨਿਭਦਾ। ਕਹਿੰਦੇ ਉਦੋਂ ਟੇਕ ਏਕ ਰਘੁਨਾਥ, ਉਹਦਾ ਪਰਮਾਤਮਾ ਦਾ ਹੀ ਓਟ ਆਸਰਾ ਰਹਿ ਜਾਂਦਾ, ਉਹਦਾ ਓਟ ਆਸਰਾ ਲੈਣਾ ਚਾਹੀਦਾ ਹੈ। ਕਿਉਂਕਿ ਗੁਰਬਾਣੀ ਲਿਖਿਆ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਕਿਸੇ ਦਾ ਓਟ ਲੈਣਾ, ਕਿਸੇ ਦਾ ਓਟ ਆਸਰਾ ਲੈਣਾ, ਕਿਸੇ ਦੀ ਸ਼ਰਨ 'ਚ ਚਲੇ ਜਾਣਾ ਵੀ ਤੁਸੀਂ ਹੀ ਮੈਨੂੰ ਬਚਾ ਸਕਦੇ ਹੋ ਜੀ, ਤੁਸੀਂ ਹੀ ਮੈਨੂੰ ਬਚਾ ਸਕਦੇ ਹੋ। ਸ਼ਰਨ 'ਚ ਚਲੇ, ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਕੰਠ ਹੁੰਦਾ ਗਲਾ। ਜੋ ਵੀ ਪਰਮਾਤਮਾ ਦੀ ਸ਼ਰਨ ਜਾਂਦਾ, ਪਰਮਾਤਮਾ ਨੂੰ ਗਲ ਨਾਲ ਲਾ ਲੈਂਦਾ, ਆ ਭਾਈ ਜੀ ਆਇਆਂ ਨੂੰ। ਅਤੇ ਜਦੋਂ ਪਰਮਾਤਮਾ ਗਲ ਨਾਲ ਲਾ ਲਏਗਾ ਤਾਂ ਸੰਕਟ ਤਾਂ ਆਪੇ ਹੀ ਖਤਮ ਹੋ ਗਏ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਬਿਰਧ ਮੈਨੇ ਸੁਭਾਅ, ਸੁਆਮੀ ਮੈਨੇ ਪਰਮਾਤਮਾ, ਸੰਦਾ ਮੈਨੇ ਦਾ। ਇਹ ਪਰਮਾਤਮਾ ਦਾ ਸੁਭਾਅ ਹੈ ਕਿ ਜਿਹੜਾ ਵੀ ਉਹਦੀ ਸ਼ਰਨ 'ਚ ਆ ਜਾਂਦਾ ਹੈ, ਉਸਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ, ਭਾਵ ਨੂੰ ਸ਼ਰਨ ਦਿੰਦਾ ਹੈ, ਉਹਦੀ ਸਹਾਇਤਾ ਕਰਦਾ ਹੈ। ਇਸ ਲਈ ਪਰਮਾਤਮਾ ਦਾ ਓਟ ਆਸਰਾ ਲੈਣਾ ਚਾਹੀਦਾ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ
ਕਿਨ ਜਪਿਓ ਗੁਰਮੰਤ ਨਾਮ ਰਹਿਓ। ਨਾਮ ਪਰਮਾਤਮਾ ਦੇ ਨਾਮ ਨੇ ਸਦਾ ਰਹਿਣਾ, ਕਿਉਂਕਿ ਪਰਮਾਤਮਾ ਨੇ ਰਹਿਣਾ। ਮੇਰਾ ਨਾਮ ਹੁਣ ਹੈ, ਮੈਂ ਮਰ ਜਾਨਾ 50-60 ਸਾਲਾਂ ਨੂੰ ਭੁੱਲ ਭੁਲਾ ਜਾਏਗਾ। ਕੋਈ ਜੈਮਲ ਸਿੰਘ ਭਿੰਡਰ ਵੀ ਹੁੰਦਾ ਸੀ, ਕੋਈ ਭੁੱਲ ਭੁਲਾ ਜਾਏਗਾ, ਪਰ ਨਾਮ ਨੇ ਰਹਿਣਾ, ਕਿਉਂਕਿ ਪਰਮਾਤਮਾ ਨੇ ਰਹਿਣਾ। ਪਰਮਾਤਮਾ ਨੇ ਰਹਿਣਾ, ਇਸ ਲਈ ਉਹਦੇ ਨਾਮ ਨੇ ਰਹਿਣਾ ਹੈ। ਨਾਮ ਰਹਿਓ, ਸਾਧੂ ਰਹਿਓ। ਸਾਧੂ ਵੀ ਸਦਾ ਸਾਧੂ ਦਾ ਨਾਮ ਵੀ ਰਹਿੰਦਾ, ਕਿਉਂਕਿ ਨਾਮ ਜਪਦਾ। ਸਾਧੂ ਨਾਮ ਜਪ ਜਪ ਕੇ ਬਣੇ ਨਾ, ਉਂਝ ਥੋੜ੍ਹੇ ਬਣ ਗਏ। ਅਸੀਂ ਕਿਸੇ ਨੂੰ ਸਾਧੂ ਨਹੀਂ ਬਣਾ ਸਕਦੇ, ਉਹ ਤੇ ਆਪ ਨਾਮ ਜਪ 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 ਕੇ ਬਣੇ ਸਾਧੂ। ਕਿਉਂਕਿ ਨਾਮ ਜਪ ਜਪ ਕੇ ਸਾਧੂ ਬਣੇ, ਇਸ ਲਈ ਸਾਧੂ ਦਾ ਨਾਮ ਵੀ ਰਹਿਣਾ, ਕਿਉਂਕਿ ਉਹਦੇ ਅੰਦਰ ਨਾਮ ਹੈ। ਸੰਤਾਂ ਮਹਾਤਮਾ ਬ੍ਰਹਮ ਗਿਆਨੀ ਦਾ ਸਦੀਆਂ ਤੱਕ ਨਾਮ ਰਹਿੰਦਾ। ਲੋਕ ਉਹਨਾਂ ਦੀ ਯਾਦਾਂ ਮਨਾਉਂਦੇ ਰਹਿੰਦੇ, ਕੋਈ ਬਰਸੀ ਮਨਾ ਰਿਹਾ, ਕੋਈ ਜਨਮ ਦਿਨ ਮਨਾ ਰਿਹਾ। ਮਹਾਤਮਾ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ। ਅਤੇ ਪਰਮਾਤਮਾ ਰੂਪੀ ਗੁਰੂ ਜਿਹੜਾ ਹੈ ਰੱਬ ਰੂਪ, ਕਿ ਗੁਰੂ ਅਤੇ ਪਰਮਾਤਮਾ 'ਚ ਕੋਈ ਫਰਕ ਨਹੀਂ। ਜਾਂ ਫਿਰ ਗੁਰੂ ਦਾ ਨਾਮ ਰਹਿੰਦਾ, ਨਾਮ ਰਹਿੰਦਾ ਸਦਾ। ਨਾਮ ਜਪਣ ਵਾਲੇ ਸਾਧੂ ਦਾ ਨਾਮ ਰਹਿੰਦਾ, ਅਤੇ ਗੁਰੂ ਦਾ ਨਾਮ ਸਦਾ ਰਹਿੰਦਾ। ਕਿਉਂਕਿ ਜਿਹੜਾ ਨਾਮ ਜਪਦਾ ਉਹ ਬੰਦਾ ਅਮਰ ਹੋ ਜਾਂਦਾ, ਉਹਦਾ ਨਾਮ ਨਹੀਂ ਮਰਦਾ। ਸਰੀਰ ਨੇ ਤਾਂ ਮਰਨਾ ਹੀ ਮਰਨਾ, ਸਰੀਰ ਤਾਂ ਪਹਿਲਾਂ ਹੀ ਕਹਤੇ ਗੁਰੂ ਰਾਮ ਗਇਓ ਰਾਵਣ ਗਇਓ। ਚਾਹੇ ਚੰਗੇ ਬੰਦੇ ਦਾ ਸਰੀਰ ਹੈ, ਚਾਹੇ ਮੰਦੇ ਬੰਦੇ ਦਾ ਸਰੀਰ ਹੈ, ਇੱਕ ਨਾ ਇੱਕ ਦਿਨ ਸਰੀਰ ਨੇ ਤਾਂ ਮਰਨਾ ਹੀ ਮਰਨਾ। ਪਰ ਕਿਉਂਕਿ ਉਹਨੇ ਨਾਮ ਜਪਿਆ, ਉਹਦਾ ਨਾਮ ਅਮਰ ਹੋ ਜਾਂਦਾ। ਜਿਹੜੇ ਕਿ ਫਲਾਣਾ ਜੀ ਅਮਰ ਹੋ ਗਿਆ ਹੈ, ਆਹੀ ਹੈ ਵੀ ਉਹਦਾ ਨਾਮ ਅਜੇ ਤੱਕ ਮਰਿਆ ਨਹੀਂ ਹੈ। ਉਹਦਾ ਨਾਮ ਲੋਕ ਜਾਣਦੇ ਨੇ, ਉਹਦਾ ਨਾਮ ਅਜੇ ਜਿਉਂਦਾ ਹੈ। ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਕਿਨ ਦਾ ਮਤਲਬ ਜਿਸ ਕਿਸੇ ਨੇ ਵੀ ਗੁਰਮੰਤਰ ਦਾ ਜਾਪ ਕੀਤਾ, ਉਹਦਾ ਹੀ ਨਾਮ ਰਿਹਾ ਸੰਸਾਰ 'ਤੇ। ਜਿਹਨੇ ਵੀ ਕੀਤਾ, ਵੱਡੇ ਛੋਟੇ ਨਾਲ ਕੋਈ ਮਤਲਬ ਨਹੀਂ ਹੈ। ਧਰੂ ਭਗਤ ਅਤੇ ਪ੍ਰਹਲਾਦ 7-8 ਸਾਲ ਦੇ ਸਨ, ਕੋਲ ਬਹੁਤੀ ਉਮਰ ਦੇ ਨਹੀਂ ਸਨ। ਪਰ ਕਿੱਥੇ ਸਤਯੁਗ, ਕਿੱਥੇ ਕਲਯੁਗ। ਹੁਣ ਵੀ ਉਹਨਾਂ ਦਾ ਨਾਮ ਦੁਨੀਆ ਜਾਣਦੀ ਹੈ, ਨਾਮ ਜਾਣਦੀ। ਰਾਮਚੰਦਰ ਜੀ ਦਾ ਨਾਮ ਦੁਨੀਆ ਜਾਣਦੀ ਹੈ, ਕ੍ਰਿਸ਼ਨ ਮਹਾਰਾਜ ਦਾ ਨਾਮ ਦੁਨੀਆ ਜਾਣਦੀ ਹੈ, ਮਹਾਤਮਾ ਬੁੱਧ ਦਾ ਨਾਮ ਦੁਨੀਆ ਜਾਣਦੀ ਹੈ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦਾ ਨਾਮ ਦੁਨੀਆ ਜਾਣਦੀ ਹੈ, ਮੁਹੰਮਦ ਸਾਹਿਬ ਦਾ ਨਾਮ ਦੁਨੀਆ ਜਾਣਦੀ ਹੈ, ਈਸਾ ਮਸੀਹ ਦਾ ਨਾਮ ਦੁਨੀਆ ਜਾਣਦੀ ਹੈ। ਕਿਉਂ? ਉਹਨੇ ਨਾਮ ਜਪਿਆ। ਨਾਮ ਹੀ ਮਨੁੱਖ ਨੂੰ ਅਮਰ ਕਰਦਾ ਹੈ। ਸੋ ਨਾਮ ਜਪਣ ਵਾਲਾ ਸਦਾ ਲਈ ਅਮਰ ਹੋ ਜਾਂਦਾ ਹੈ। ਜਿਸ ਕਿਸੇ ਨੇ ਕਹਿਨਤ ਪਾਵੇ, ਜਿਸ ਕਿਸੇ ਨੇ ਵੀ ਗੁਰਮੰਤਰ ਦਾ ਜਾਪ ਕੀਤਾ ਇਸ ਸੰਸਾਰ 'ਚ, ਉਹਦਾ ਨਾਮ ਵੀ ਰਹਿ ਗਿਆ, ਉਹਦਾ ਨਾਮ ਵੀ ਰਹਿੰਦਾ। ਰਾਮ ਨਾਮ ਔਰ ਮੈਂ ਗਇਓ, ਜਾ ਕੇ ਸਮ ਨਹੀਂ ਕੋਏ। ਜਿਹ ਸਿਮਰਤ ਸੰਕਟ ਮਿਟੈ, ਸੰਕਟ ਟੈਂਕੇ ਨੂੰ ਔਂਕੜ ਨਹੀਂ ਹੈ। ਜੇ ਟੈਂਕੇ ਨੂੰ ਔਂਕੜ ਹੁੰਦਾ, ਸੰਕਟ ਇੱਕ ਵਚਨ ਹੋ ਜਾਣਾ ਸੀ, ਫਿਰ ਪੜਦੇ ਮਿਟੈ। ਹੁਣ ਟੈਂਕੇ ਨੂੰ ਔਂਕੜ ਨਹੀਂ ਹੈ, ਸੰਕਟ ਬਹੁਵਚਨ ਹੈ, ਇਸ ਲਈ ਮਿਟੇ। ਟੈਂਕੇ ਦਿਲਾਵਾਂ ਬਿੰਦੀ ਲੱਗੇਗੀ, ਮਿਟੇ ਮਿਟ ਜਾਂਦੇ ਹਨ। ਜਿਹ ਸਿਮਰਤ ਸੰਕਟ ਮਿਟੈ, ਦਰਸ ਤੁਹਾਰੋ ਹੋਏ। ਕਹਿੰਦੇ ਰਾਮ ਨਾਮ ਉਰ ਮੈਂ ਗਇਓ। ਜਿਸ ਨੇ ਵੀ ਪਰਮਾਤਮਾ ਦੇ ਨਾਮ ਨੂੰ ਹਿਰਦੇ 'ਚ ਵਸਾ ਲਿਆ, ਔਰ ਮੈਨੇ ਹਿਰਦਾ, ਜਿਹਨੂੰ ਮਨ ਵੀ ਕਹਿੰਦੇ ਨੇ। ਗਏ ਹੁੰਦਾ ਪਕੜਨਾ, ਪਾ ਵਸਾ ਲੈਣਾ। ਜਿਸ ਨੇ ਵੀ ਪਰਮਾਤਮਾ ਦੇ ਨਾਮ ਨੂੰ ਹਿਰਦੇ 'ਚ ਵਸਾ ਲਿਆ, ਜਾ ਕੇ ਸਮ ਨਹੀਂ ਕੋਏ।
ਕਿਉਂਕਿ ਉਸ ਨਾਮ ਦੇ ਬਰਾਬਰ ਹੋਰ ਕੋਈ ਚੀਜ਼ ਹੀ ਨਹੀਂ ਹੈ। ਨਾਮ ਦੇ ਬਰਾਬਰ ਹੋਰ ਕੋਈ ਚੀਜ਼ ਹੀ ਨਹੀਂ ਹੈ। ਤੇ ਜਿਸ ਨੇ ਪ੍ਰਮਾਤਮਾ ਦੇ ਨਾਮ ਨੂੰ ਹਿਰਦੇ 'ਚ ਵਸਾ ਲਿਆ ਨਾ, ਕਹਿੰਦੇ ਜਿਹੇ ਸਿਮਰਤ ਸੰਕਟ ਮਿਟੈ। ਫਿਰ ਕੀ ਹੈਗਾ? ਜਿਸ ਦੇ ਸਿਮਰਨ ਕਰਨ ਨਾਲ ਸੰਕਟ ਖਤਮ ਹੋ ਜਾਂਦੇ ਹਨ। ਦਰਸ ਤੁਹਾਰੋ ਹੋਏ, ਹੇ ਪ੍ਰਮਾਤਮਾ ਤੇਰੇ ਦਰਸ਼ਨ ਵੀ ਹੋ ਜਾਂਦੇ ਨੇ। ਸਿਮਰਨ ਕਰਨ ਨਾਲੇ ਸੰਕਟ ਖਤਮ ਹੋ ਗਏ, ਨਾਲੇ ਪ੍ਰਮਾਤਮਾ ਦੇ ਦਰਸ਼ਨ ਹੋ ਗਏ। ਸੋ ਸਿਮਰਨ ਕਰਨਾ ਚਾਹੀਦਾ। ਜਿੰਨਾ ਸਮਾਂ ਵੀ ਮਿਲੇ ਬਾਣੀ ਪੜ੍ਹੋ, ਨਾਮ ਜਪੋ। ਚਲੋ ਬਾਣੀ ਹਰ ਇੱਕ ਨਹੀਂ ਪੜ੍ਹ ਸਕਦਾ, ਕਿਉਂਕਿ ਸਾਰੇ ਪੜ੍ਹੇ ਹੋਏ ਨਹੀਂ, ਜਾਂ ਸਾਰਿਆਂ ਨੂੰ ਬਾਣੀ ਪੜ੍ਹਨੀ ਨਹੀਂ ਆਉਂਦੀ। ਕਿਉਂਕਿ ਅੱਜ ਦੀ ਪੰਜਾਬੀ ਹੋਰ ਹੈ, ਇਹ ਗੁਰਬਾਣੀ ਜਿਹੜੀ ਪੰਜਾਬੀ ਹੈ ਇਹ ਹੋਰ ਹੈ। ਇਹਦੇ ਵਿੱਚ ਤਾਂ ਕਿਤੇ ਔਂਕੜ ਲੱਗੇ, ਕਿਤੇ ਸਿਹਾਰੀ ਲੱਗੀ ਹੈ, ਲੱਗੇ ਇਹਨੇ ਪਰ ਬੋਲਦੇ ਨਹੀਂ ਹੈਗੇ। ਅੱਜ ਦੀ ਜਿਹੜੀ ਪੰਜਾਬੀ, ਜੇ ਤੁਸੀਂ ਔਂਕੜ ਲਾਓਗੇ ਔਂਕੜ ਬੋਲੇਗਾ, ਸਿਹਾਰੀ ਲਾਓਗੇ ਸਿਹਾਰੀ ਬੋਲੇਗੀ। ਪਰ ਗੁਰਬਾਣੀ 'ਚ ਕਿੰਨੇ ਹੀ ਔਂਕੜ ਅਤੇ ਸਿਹਾਰੀਆਂ ਲੱਗੀਆਂ ਹੋਈਆਂ ਹਨ, ਜਿਹੜੀਆਂ ਬੋਲਦੀਆਂ ਨਹੀਂ ਹਨ, ਹਾਂ ਅਰਥ ਜ਼ਰੂਰ ਦਿੰਦੀਆਂ। ਇਸ ਲਈ ਇਹ ਬਾਣੀ ਫਿਰ ਕਿਸੇ ਤੋਂ ਸਿੱਖਣੀ ਪੈਂਦੀ ਹੈ। ਬਾਣੀ ਅਸਲ ਉਹੀ ਸਿਖਾ ਸਕਦਾ ਹੈ ਜਿਹਨੂੰ 3 ਜ਼ਬਾਨਾਂ ਬਹੁਤ ਵਧੀਆ ਆਉਂਦੀਆਂ ਨੇ। ਨੰਬਰ 1 ਪੰਜਾਬੀ, ਨੰਬਰ 2 ਹਿੰਦੀ, ਨੰਬਰ 3 ਫਾਰਸੀ। ਜਿਹਨੂੰ ਤਿੰਨੋਂ ਜ਼ਬਾਨਾਂ ਆਉਂਦੀਆਂ ਉਹੀ ਸ਼ੁੱਧ ਪਾਠ ਕਰ ਸਕਦਾ ਅਤੇ ਉਹੀ ਸਿਖਾ ਸਕਦਾ। ਬਾਕੀ ਕੋਈ ਸ਼ੁੱਧ ਪਾਠ ਸਿਖਾ ਨਹੀਂ ਸਕਦਾ ਅਤੇ ਨਾ ਕਰ ਸਕਦਾ। ਅਗਰ ਤੁਹਾਨੂੰ ਫਾਰਸੀ ਨਹੀਂ ਆਉਂਦੀ ਸਿਖਾਉਣ ਵਾਲੇ ਨੂੰ, 1200 ਸ਼ਬਦ ਗੁਰਬਾਣੀ 'ਚ ਫਾਰਸੀ ਦੇ ਨੇ, ਉਹ ਤਾਂ ਫਿਰ ਤੁਹਾਨੂੰ ਉਚਾਰਨੇ ਹੀ ਨਹੀਂ ਆਉਣੇ, ਉਹ ਤਾਂ ਤੁਹਾਨੂੰ ਬੋਲਣੇ ਨਹੀਂ ਆਉਣੇ ਵੀ ਇਹਨੂੰ ਬੋਲਣਾ ਕੀ ਹੈ। ਫਾਰਸੀ ਆਵੇਗੀ ਫਿਰ ਪਤਾ ਲੱਗੇਗਾ ਇਸ ਸ਼ਬਦ ਦਾ ਫਾਰਸੀ 'ਚ ਕੀ ਉਚਾਰਨ ਹੈ। ਹੁਣ ਜਿਨ੍ਹਾਂ ਨੂੰ ਫਾਰਸੀ ਨਹੀਂ ਆਉਂਦੀ, ਗੁਰਬਾਣੀ ਲਿਖਿਆ ਆੜਾ ਲੱਲਾ ਹਾਹੇ ਨੂੰ ਔਂਕੜ, ਉਹਨੂੰ ਪੜ੍ਹਨਗੇ ਅੱਲੋ, ਅੱਲੋ ਅਲਖ ਨਾ ਜਾਈ ਲਿਖਿਆ, ਉਹਨੂੰ ਅੱਲੋ ਪੜ੍ਹਦੇ ਨੇ। ਉਹਨਾਂ ਨੇ ਪਤਾ ਹੀ ਨਹੀਂ ਵੀ ਇਹ ਫਾਰਸੀ ਦਾ ਸ਼ਬਦ ਹੈ ਅਤੇ ਇਹਦਾ ਉਚਾਰਨ ਹੈ ਅੱਲਾ, ਪਰਮਾਤਮਾ। ਹਾਹੇ ਨੂੰ ਔਂਕੜ ਤੇ ਇਸ ਲਈ ਲੱਗਾ ਵੀ ਜਿਹੜਾ ਅੱਲਾ ਹੈ ਉਹ ਇੱਕ ਵਚਨ ਹੈ ਅਤੇ ਪੁਲਿੰਗ ਹੈ, ਉਹ ਤੇ ਇਸ ਲਈ ਔਂਕੜ ਲੱਗਾ, ਨਾ ਕਿ ਬੋਲਣ ਲਈ ਹੈ। ਪਰ ਅੱਲੋ ਪੜ੍ਹਦੇ 99% ਪਾਠੀ ਇਸ ਨੂੰ ਅੱਲੋ ਪੜ੍ਹਦੇ ਨੇ। ਕਿਉਂ? ਕਿਉਂਕਿ 99% ਨੂੰ ਫਾਰਸੀ ਵੀ ਨਹੀਂ ਆਉਂਦੀ, ਫਾਰਸੀ ਨਹੀਂ ਆਉਂਦੀ। ਆੜਾ ਲੱਲਾ ਹਾਹਾ ਹੈ, ਉਹਨੂੰ ਹਿੰਦੀ ਤਰ੍ਹਾਂ ਪੜ੍ਹਨਗੇ ਅੱਲਾ ਹੈ, ਉਹਨੂੰ ਅੱਲਾ ਪੜ੍ਹਨਗੇ। ਉਹਨਾਂ ਨੂੰ ਪਤਾ ਹੀ ਨਹੀਂ ਵੀ ਤੇ ਫਾਰਸੀ ਦਾ ਸ਼ਬਦ ਹੈ ਅਤੇ ਫਾਰਸੀ ਇਹਦਾ ਉਚਾਰਨ ਹੈ ਅੱਲਾਹ, ਇਹਦਾ ਉਚਾਰਨ ਹੈ ਅੱਲਾਹ। ਆੜਾ ਲੱਲਾ ਹਾਹਾ, ਅੱਲਾਹ ਪੜ੍ਹਦੇ ਅੱਲਾ ਹੈ। ਕਿਉਂ ਪੜ੍ਹਦੇ ਨੇ? ਉਹਨਾਂ ਦੇ ਕਸੂਰ ਨਹੀਂ ਹੈ, ਉਹਨਾਂ ਨੂੰ ਅੱਲਾ ਸਿਖਾਇਆ ਗਿਆ ਹੈ। ਜਿਹੜਾ ਸਿਖਾਉਣ ਵਾਲਾ ਉਹਨੂੰ ਨਹੀਂ ਵੀ ਸੀ ਫਾਰਸੀ ਆਉਂਦੀ, ਉਹਨੂੰ ਵਿਚਾਰੇ ਨੂੰ ਆਪ ਨਹੀਂ ਸੀ ਫਾਰਸੀ ਆਉਂਦੀ, ਇਸ ਲਈ ਉਹਨੇ ਅੱਲਾ ਅਤੇ ਅੱਲੋ ਬੋਲਤਾ ਅਤੇ ਅੱਗੋਂ ਅਗਲੇ ਨੇ ਉਸ ਤਰ੍ਹਾਂ ਅੱਲੋ ਅਤੇ ਅੱਲਾ ਪੜ੍ਹਨਾ ਸ਼ੁਰੂ ਕਰਤਾ। ਹੁਣ ਜੇ ਫਾਰਸੀ ਆਵੇਗੀ ਤਾਂ ਦਰਗਾਹ ਬੋਲੇਗਾ, ਨਹੀਂ ਤਾਂ ਦਰਗਾਹ, ਨਹੀਂ ਤਾਂ ਉਚਾਰਨ ਪਾਠੀ ਕਰਦੇ ਨੇ 99% ਪਾਠੀ ਬਣਨਗੇ ਦਰਗਾਹ। ਦੱਦਾ ਰਾਰਾ ਗੱਗਾ ਹਾ ਜਾਂ ਦੱਦਾ ਰਾਰਾ ਗੱਗਾ ਹਾਹੇ ਨੂੰ ਸਿਹਾਰੀ, ਇਹਦਾ ਉਚਾਰਨ ਦਰਗਾਹ ਕਰਦੇ ਨੇ, ਕਿਉਂਕਿ ਪਤਾ ਨਹੀਂ ਹੈ। ਉਹ ਤਾਂ ਪੰਜਾਬੀ ਹਿੰਦੀ ਤਰ੍ਹਾਂ ਉਚਾਰਨ ਕਰਤਾ। ਇਹ ਨਾ ਗਿਆਨ ਹੋਣ ਕੇ ਕਿ ਇਹ ਤਾਂ ਦਰਗਾਹ ਹੈ, ਇਹ ਤਾਂ ਫਾਰਸੀ ਦਾ ਸ਼ਬਦ ਹੈ ਦਰਗਾਹ, ਇਹ ਪੀਰ ਦੀ ਦਰਗਾਹ ਹੈ। ਆਪਾਂ ਇਹ ਨਹੀਂ ਕਹਿੰਦੇ ਪੀਰ ਦੀ ਦਰਗਾਹ ਹੈ, ਦਰਗਾਹ ਕਹਿੰਦੇ। ਫਾਰਸੀ ਦਾ ਉਚਾਰਨ ਹੈ ਦਰਗਾਹ। ਦੱਦਾ ਰਾਰਾ ਗੱਗਾ ਹਾਹਾ ਜਾਂ ਦੱਦਾ ਰਾਰਾ ਗੱਗਾ ਹਾਹੇ ਨੂੰ ਸਿਹਾਰੀ। ਹਾਹੇ ਨੂੰ ਸਿਹਾਰੀ ਇਸ ਲਈ ਲੱਗੇ ਦਰਗਾਹ ਵਿੱਚ, ਉਹਦਾ ਮਤਲਬ ਵਿੱਚ, ਦਰਗਾਹ ਨੂੰ ਜਾਂ ਦਰਗਾਹ ਵਿੱਚ ਉਚਾਰਨ ਹੈ ਦਰਗਾਹ, ਪਰ ਪੜ੍ਹਿਆ ਜਾਂਦਾ ਦਰਗਾਹ ਹੈ, ਕਿਉਂਕਿ ਫਾਰਸੀ ਨਹੀਂ ਆਉਂਦੀ। ਫਾਰਸੀ ਨਾ ਆਉਣ ਕਾਰਨ
ਬੇਅੰਤ ਸ਼ਬਦ ਜਿਹੜੇ ਗੁਰਬਾਣੀ 'ਚ ਨੇ, ਜਿਨ੍ਹਾਂ ਦਾ ਉਚਾਰਨ ਪਾਠੀ ਸ਼ੁੱਧ ਨਹੀਂ ਕਰਦੇ। ਹੁਣ ਜੱਜਾ ਨੰਨਾ ਜਨ ਅਤੇ ਜੱਜੇ ਦੇ ਪੈਰ 'ਚ ਬਿੰਦੀ ਨੰਨਾ ਜ਼ਨ, ਹੁਣ ਦੋਨਾਂ 'ਚ ਅਰਥਾਂ 'ਚ ਫਰਕ ਹੈ। ਲਿਖਿਆ ਜੱਜਾ ਨੰਨਾ ਹੀ ਹੈ, ਗੁਰਬਾਣੀ ਲਿਖਿਆ ਜੱਜਾ ਨੰਨਾ ਹੀ ਹੈ। ਹੁਣ ਜਨ ਪੜ੍ਹੋਗੇ ਤਾਂ ਲੋਕ ਹੋ ਗਿਆ ਜਨ, ਜੇ ਉਹਨੂੰ ਜ਼ਨ ਬੋਲੋਗੇ ਔਰਤ ਹੋ ਗਿਆ। ਫਾਰਸੀ 'ਚ ਔਰਤ ਨੂੰ ਕਹਿੰਦੇ ਜ਼ਨ, ਜੱਜੇ ਦੇ ਪੈਰ 'ਚ ਬਿੰਦੀ ਲਾ ਕੇ ਨੰਨਾ ਜ਼ਨ, ਜੇ ਉਹਨੂੰ ਜਨ ਪੜ੍ਹਦੇ ਹੋ ਅਰਥ ਹੀ ਬਦਲ ਗਏ। ਫਾਰਸੀ ਨਾ ਹੋਣ ਕਰਕੇ ਜ਼ਨ ਨੂੰ ਵੀ ਜਨ ਪੜ੍ਹਿਆ ਜਾ ਰਿਹਾ ਹੈ। ਇਸ ਲਈ ਸੰਥਿਆ ਮੈਂ ਦੇਖਿਆ ਉਹੀ ਦੇ ਸਕਦਾ ਹੈ ਜਿਹਨੂੰ ਪੰਜਾਬੀ, ਹਿੰਦੀ ਅਤੇ ਫਾਰਸੀ ਆਉਂਦੀ ਹੈ। ਅਗਰ ਤਿੰਨਾਂ ਜ਼ਬਾਨਾਂ 'ਚ ਇੱਕ ਜ਼ਬਾਨ ਚੱਜ ਨਾਲ ਨਹੀਂ ਆਉਂਦੀ, ਤੁਸੀਂ ਪਾਠ ਨਾ ਸ਼ੁੱਧ ਕਰ ਸਕਦੇ ਹੋ ਅਤੇ ਨਾ ਹੀ ਸ਼ੁੱਧ ਸਿਖਾ ਸਕਦੇ ਹੋ। ਭਾਵੇਂ ਤੁਹਾਨੂੰ 20 ਸਾਲ ਕਿਉਂ ਨਾ ਹੋ ਗਏ ਸੰਥਿਆ ਦਿੰਦੇ ਆ, ਚਾਹੇ 40 ਸਾਲ ਕਿਉਂ ਨਾ ਹੋ ਗਏ ਸੰਥਿਆ ਦਿੰਦੇ, ਤੁਸੀਂ ਹਰ ਵਰਗੀ ਦਰਗਾਹ ਹਰ ਸਾਲ ਪੜ੍ਹਾਈ ਜਾਓਗੇ ਅਤੇ ਕੋਈ ਵਿਦਿਆਰਥੀ ਦਰਗਾਹ ਬੋਲੀ ਜਾਣਗੇ, ਕਿਉਂਕਿ ਉਹਨੇ ਤਾਂ ਉਸ ਤਰ੍ਹਾਂ ਹੀ ਬੋਲਣਾ ਜਿਵੇਂ ਟੀਚਰ ਨੇ ਸਿਖਾਇਆ। ਇੱਕ ਟੀਚਰ ਨੇ ਸਾਨੂੰ ਸਿਖਾਇਆ ਮੱਝ ਦੀ ਅੰਗਰੇਜ਼ੀ ਬਫੈਲੋ, ਦੂਜੇ ਟੀਚਰ ਨੇ ਸਿਖਾਇਆ ਮੱਝ ਦੀ ਅੰਗਰੇਜ਼ੀ ਬਫਲੋ। ਹੁਣ ਜਿਹੜਾ ਬਫੈਲੋ ਵਾਲੇ ਟੀਚਰ ਤੋਂ ਪੜ੍ਹੇਗਾ ਉਹ ਬਫੈਲੋ ਬੋਲੇਗਾ, ਜਿਹਨੇ ਬਫਲੋ ਵਾਲੇ ਤੋਂ ਪੜ੍ਹਿਆ ਉਹ ਮੱਝ ਨੂੰ ਬਫਲੋ ਬੋਲੇਗਾ। ਅੱਗੇ ਉਹ ਬਫੈਲੋ ਵਾਲਾ ਬਫੈਲੋ ਹੀ ਪੜ੍ਹਾਵੇਗਾ, ਬਫਲੋ ਵਾਲਾ ਬਫਲੋ ਹੀ ਪੜ੍ਹਾਈ ਜਾਵੇਗਾ, ਕਿਉਂਕਿ ਪਤਾ ਨਹੀਂ ਵੀ ਇਹਦਾ ਅਸਲ ਉਚਾਰਨ ਕੀ ਹੈ। ਆਹ ਸਮੱਸਿਆ। ਮਿਹਨਤ ਕੋਈ ਕਰਦਾ ਨਹੀਂ ਹੈਗਾ, ਜਿਵੇਂ ਸਿੱਖ ਲਿਆ ਉਸੇ ਤਰ੍ਹਾਂ ਅੱਗੇ ਰੱਟਾ ਲਾ ਲਿਆ ਵੀ ਹਾਂਜੀ ਇਸ ਤੋਂ ਸੰਥਿਆ ਲੈ ਲਈ ਜੀ। ਸੰਥਿਆ 'ਚ ਵੀ ਫਰਕ ਹੈ। ਟੀਚਰ ਕਲਾਸ ਨੂੰ ਪੜ੍ਹਾਉਂਦਾ, 40 ਵਿਦਿਆਰਥੀ ਨੇ, ਮੰਨ ਲਓ 40 ਦੇ 40 ਪਾਸ ਵੀ ਹੋ ਗਏ, ਕੋਈ 33% ਲੈ ਕੇ ਪਾਸ ਹੋ ਗਏ, ਕੋਈ 40% ਲੈ ਕੇ ਪਾਸ ਹੋ ਗਏ, ਕੋਈ 60% ਲੈ ਕੇ ਪਾਸ ਹੋ ਗਿਆ, ਕੋਈ 90% ਲੈ ਗਿਆ ਹੈ, ਕੋਈ 95% ਲੈ ਗਿਆ। ਕਿ 33 ਵਾਲਾ ਅਤੇ 95% ਵਾਲਾ ਇੱਕੋ ਜਿਹਾ ਹੋਵੇਗਾ? ਕਦੇ ਵੀ ਨਹੀਂ। 33 ਵਾਲਾ ਵੀ ਅੱਗੇ ਟੀਚਰ ਲੱਗ ਗਿਆ ਹੈ ਅਤੇ 95% ਵਾਲਾ ਵੀ ਟੀਚਰ ਲੱਗਿਆ, ਦੋਨਾਂ 'ਚ ਫਰਕ ਹੋਏਗਾ। ਦੋਨਾਂ ਦੇ ਪੜ੍ਹਾਉਣ 'ਚ ਫਰਕ ਹੋਏਗਾ, ਕਿਉਂਕਿ ਦੋਨਾਂ ਦੀ ਯੋਗਤਾ 'ਚ ਫਰਕ ਹੈ। ਇਸ ਤਰ੍ਹਾਂ ਤਾਂ ਇਹ ਕੱਚ ਰਹਿ ਜਾਂਦਾ ਹੈ। ਮੈਂ 28 ਸਾਲ ਸੰਥਿਆ ਦੇ ਕੇ ਦੇਖੀ ਹੈ ਕਿ ਜੇ 3 ਜ਼ਬਾਨਾਂ ਨਹੀਂ ਨਾ ਆਉਂਦੀਆਂ, ਸੰਥਿਆ ਨਹੀਂ ਠੀਕ ਦਿੱਤੀ ਜਾ ਸਕਦੀ। ਕੱਚ ਰਹਿ ਜਾਏਗਾ। ਪੰਜਾਬੀ ਬਹੁਤ ਵਧੀਆ ਆਉਣੀ ਚਾਹੀਦੀ, ਹਿੰਦੀ ਉਦੋਂ ਵੀ ਵਧੀਆ ਆਉਣੀ ਚਾਹੀਦੀ ਹੈ, ਫਾਰਸੀ ਵੀ ਆਉਣੀ ਚਾਹੀਦੀ ਹੈ, ਕਿਉਂਕਿ 3 ਜ਼ਬਾਨਾਂ ਸਭ ਤੋਂ ਵੱਧ ਨੇ ਗੁਰਬਾਣੀ 'ਚ, ਤਾਂ ਜਾ ਕੇ ਕਿਤੇ ਬਾਣੀ ਸ਼ੁੱਧ ਹੁੰਦੀ ਹੈ। ਇਸ ਲਈ ਜਦੋਂ ਮੈਂ ਕਥਾ ਕਰਦਾ, ਮੈਂ ਇਹ ਨਹੀਂ ਕਹਿੰਦਾ ਮੈਂ 100% ਸ਼ੁੱਧ ਪਾਠ ਕਰ ਰਿਹਾ, ਕੋਈ ਦਾਅਵਾ ਨਹੀਂ ਹੈ, ਨਾ ਹੀ ਦਾਅਵਾ ਕਰਨਾ ਚਾਹੀਦਾ ਹੈ। ਦਾਅਵਾ ਨਹੀਂ ਕਦੇ ਕਿਸੇ ਚੀਜ਼ ਦਾ ਕਰਨਾ ਚਾਹੀਦਾ। ਇਸ ਲਈ ਜਦੋਂ ਮੈਂ ਤਾਂ ਸਮਝਾਉਂਦਾ ਰਹਿੰਦਾ ਕਿ ਤੁਹਾਡਾ ਪਾਠ ਸ਼ੁੱਧ ਹੋ ਜਾਏ, ਮੇਰੇ ਅਰਥ ਨਾ ਸਾਨੂੰ ਹੁਣ ਸਾਡੀ ਬਾਣੀ ਵੀ ਸ਼ੁੱਧ ਹੋ ਜਾਵੇ। ਜਿਹਨਾਂ ਨਹੀਂ ਸੰਥਿਆ ਲਈ ਉਹਨਾਂ ਨੂੰ ਵੀ ਪੜ੍ਹਨੀ ਆ ਜਾਏ। ਇਸ ਲਈ ਗੁਰੂ ਮਹਾਰਾਜ ਕਹਿੰਦੇ ਨਾਮ ਨੇ ਰਹਿਣਾ, ਸਾਧੂ ਨੇ ਰਹਿਣਾ, ਗੁਰੂ ਨੇ ਰਹਿਣਾ। ਸਰੀਰਕ ਤੌਰ 'ਤੇ ਨਹੀਂ, ਇਹਨਾਂ ਦੇ ਨਾਮ ਨੇ ਰਹਿਣਾ। ਅੱਗੇ ਹੈ ਮੁੰਦਾਵਣੀ ਮਹਿਲਾ ਪੰਜਵਾਂ। ਇਹ ਬਾਣੀ ਦਾ ਨਾਮ ਹੈ ਮੁੰਦਾਵਣੀ। ਜਿਵੇਂ ਸੋਦਰ, ਬਾਣੀ ਦਾ ਨਾਮ ਹੈ ਸੋਹਿਲਾ, ਬਾਣੀ ਦਾ ਨਾਮ ਹੈ ਜਪ, ਬਾਣੀ ਦਾ ਨਾਮ ਹੈ ਜਾਪ, ਬਾਣੀ ਦਾ ਨਾਮ ਹੈ ਚੌਪਈ। ਇਹ ਬਾਣੀ ਦਾ ਨਾਮ ਹੈ ਮੁੰਦਾਵਣੀ। ਮਹਿਲਾ ਪੰਜਵਾਂ ਦਾ ਮਤਲਬ ਪੰਚਮ ਪਾਤਸ਼ਾਹ ਨੇ ਲਿਖੀ। ਇਹਨੂੰ ਮਹੱਲਾ ਬੋਲ ਦਿਓ ਜਾਂ ਮਹਿਲਾ ਬੋਲ ਦਿਓ, ਅਰਥ ਹੈ ਗੁਰੂ। ਅਰਥ ਕੀ ਹੈ? ਗੁਰੂ। ਕਿਹੜਾ ਗੁਰੂ? ਅੱਗੇ 5 ਲਿਖਿਆ, ਪੰਜਵਾਂ ਭਾਵ ਗੁਰੂ ਅਰਜਨ ਦੇਵ ਮਹਾਰਾਜ। ਇਹ ਮਹੱਲਾ ਜਾਂ ਮਹਿਲਾ ਸ਼ਬਦ ਸਿਰਫ ਅਤੇ ਸਿਰਫ ਗੁਰਬਾਣੀ ਗੁਰੂ ਲਈ ਵਰਤਿਆ ਗਿਆ ਹੈ, ਕਿਸੇ ਭਗਤ ਲਈ, ਕਿਸੇ ਬੰਦੇ ਲਈ ਨਹੀਂ ਵਰਤਿਆ ਗਿਆ। ਇਹ ਸਿਰਫ ਅਤੇ ਸਿਰਫ ਗੁਰੂ ਲਈ ਵਰਤਿਆ ਗਿਆ ਸ਼ਬਦ ਹੈ। ਇਹਦਾ ਅਰਥ ਹੈ ਗੁਰੂ। ਅੱਗੇ 5, 1, 2 ਇਸ ਤਰ੍ਹਾਂ ਲਿਖੇ ਹੋਏ ਨੇ।
ਵੀ ਕਿਹੜਾ ਗੁਰੂ, ਕਿਹੜੇ ਗੁਰੂ ਦੀ ਬਾਣੀ ਹੈ। ਇੱਥੇ ਲਿਖਿਆ ਪੰਜ, ਪੰਜਵਾਂ, ਇਹਨੂੰ ਪੰਜ ਨਹੀਂ ਪੜ੍ਹਨਾ, ਪੰਜਵਾਂ ਪੰਚਮ ਪਾਤਸ਼ਾਹ ਦੀ ਇਹ ਬਾਣੀ ਹੈ। ਹੁਣ ਅੱਗੇ ਜਿਹੜੀ ਸ਼ੁਰੂ ਹੋ ਰਹੀ, ਪਿੱਛੇ ਨੌਵੇਂ ਪਾਤਸ਼ਾਹ ਦੀ ਸੀ। ਕਹਿੰਦੇ ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਥਾਲ ਤੋਂ ਇੱਥੇ ਭਾਵ ਗੁਰੂ ਗ੍ਰੰਥ ਸਾਹਿਬ। ਪੰਚਮ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਤਿਆਰ ਕੀਤਾ, ਹੁਣ ਨੂੰ ਲਿਖਿਆ ਥਾਲ। ਥਾਲ ਵਿੱਚ ਤਿੰਨ ਵਸਤੂ ਪਈਓ। ਇਸ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਚੀਜ਼ਾਂ ਨੇ, ਸਤ, ਸੰਤੋਖ, ਵਿਚਾਰੋ। ਹਾਲਾਂਕਿ ਫਲਾਣਾ ਬੰਦਾ ਜੀ ਸਤਵਾਦੀ ਹੈ, ਸਤ ਦੇ ਅਨੁਸਾਰ ਚੱਲਣ ਵਾਲਾ ਹੈ, ਹੁਣ ਕਿ ਸਤਵਾਦੀ। ਤੇ ਦੂਜਾ ਹੈ ਝੂਠਵਾਦੀ, ਕੂੜਵਾਦੀ। ਸਤ ਜੋ ਸਦਾ ਰਹਿਣਾ ਹੈ, ਸੱਚ ਨੇ ਸਦਾ ਰਹਿਣਾ। ਬਾਈਬਲ ਲਿਖਿਆ ਟਰੂਥ ਇਜ਼ ਐਵਰ ਗ੍ਰੀਨ, ਟਰੂਥ ਸੱਚ ਇਜ਼ ਐਵਰ ਗ੍ਰੀਨ, ਸਦਾ ਹੀ ਹਰਾ। ਸੱਚ ਪੁਰਾਣਾ ਨਹੀਂ ਹੁੰਦਾ, ਸੱਚ ਗੁਰਬਾਣੀ ਕਹਿੰਦੇ ਪੁਰਾਣਾ ਨਹੀਂ ਹੁੰਦਾ। ਬਾਈਬਲ ਵੀ ਕਹਿੰਦੇ ਸੱਚ ਪੁਰਾਣਾ ਨਹੀਂ ਹੁੰਦਾ, ਟਰੂਥ ਇਜ਼ ਐਵਰ ਗ੍ਰੀਨ, ਇਹ ਤਾਂ ਸਦਾ ਹੀ ਹਰਾ। ਸੱਤ ਨੇ ਰਹਿਣਾ, ਇਹ ਚੀਜ਼ 'ਚ ਸੱਤ ਹੈ। ਤਿੰਨ ਚੀਜ਼ਾਂ ਨੇ ਗੁਰਬਾਣੀ ਰੂਪੀ ਥਾਲ 'ਚ, ਇੱਕ ਸਤ, ਦੂਜਾ ਸੰਤੋਖ, ਤੀਜਾ ਬ੍ਰਹਮ ਵਿਚਾਰ, ਰੱਬੀ ਵਿਚਾਰ। ਸੰਸਾਰਕ ਵਿਚਾਰ ਨਹੀਂ, ਗੁਰੂ ਦੇ ਰੱਬੀ ਵਿਚਾਰ ਨੇ, ਇਹ 'ਚ ਰੱਬੀ, ਇਹ ਤਿੰਨ ਚੀਜ਼ਾਂ ਨੇ। ਚੌਥੀ ਵੀ ਨਾਲ ਇੱਕ ਹੈ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਆਧਾਰੋ। ਇਹਦੇ ਨਾਲ ਪਰਮਾਤਮਾ ਦਾ ਨਾਮ ਵੀ ਹੈ ਜੋ ਅੰਮ੍ਰਿਤ ਹੈ। ਅੰਮ੍ਰਿਤ ਹੁੰਦਾ ਅੰਮ੍ਰਿਤ, ਮੌਤ ਤੋਂ ਰਹਿਤ ਕਰ ਦੇਣ ਵਾਲਾ ਅੰਮ੍ਰਿਤ, ਅਮਰ ਕਰ ਦੇਣ ਵਾਲਾ। ਜਿਹੜਾ ਅਮਰ ਕਰਦੇ ਉਹਨੂੰ ਕਹਿੰਦੇ ਅੰਮ੍ਰਿਤ। ਨਾਮ ਨੂੰ ਅੰਮ੍ਰਿਤ ਕਿਹਾ ਕਿਉਂਕਿ ਨਾਮ ਹੀ ਮਨੁੱਖ ਨੂੰ ਅਮਰ ਕਰਦਾ। ਹੋਰ ਉਂਝ ਕੋਈ ਅੰਮ੍ਰਿਤ ਨਹੀਂ ਸੰਸਾਰ ਦੇ ਵਿੱਚ ਵੀ ਜਿਹੜਾ ਪੀ ਲਓਗੇ ਤੇ ਤੁਹਾਡਾ ਨਾਮ ਅਮਰ ਹੋ ਜਾਏਗਾ। ਪਾਹਲ ਤਾਂ ਜ਼ਰੂਰ ਤਿਆਰ ਕੀਤੀ ਜਿਹਨੂੰ ਆਪਾਂ ਅੰਮ੍ਰਿਤ ਕਹਿੰਦੇ ਹਾਂ, ਵੀ ਗੁਰੂ ਮਹਾਰਾਜ ਦਸਮ ਅੰਮ੍ਰਿਤ ਛਕਾਇਆ। ਉਹ ਅੰਮ੍ਰਿਤ ਵੀ ਤਾਂ ਬਣਿਆ ਜੇ ਗੁਰੂ ਮਹਾਰਾਜ ਨੇ ਪੰਜ ਬਾਣੀਆਂ ਪੜ੍ਹੀਆਂ। ਜੇ ਗੁਰੂ ਮਹਾਰਾਜ ਬਾਟੇ, ਲੋਹੇ ਦੇ ਬਾਟੇ 'ਚ ਪਾਣੀ ਪਾ ਕੇ ਵਿੱਚ ਪਤਾਸੇ ਖੰਡੇ ਨਾਲ ਘੋਲਦੇ ਰਹਿੰਦੇ, ਉਹਨੇ ਅੰਮ੍ਰਿਤ ਨਹੀਂ ਸੀ ਬਣਨਾ, ਉਹਨੇ ਸ਼ਰਬਤ ਬਣਨਾ ਸੀ। ਜਦੋਂ ਦਸਮ ਪਾਤਸ਼ਾਹ ਨੇ ਪੰਜ ਬਾਣੀਆਂ ਪੜ੍ਹੀਆਂ, ਪਾਣੀ ਵੱਲ ਵੇਖੀ ਗਏ ਇੱਕ ਟੱਕ, ਆਪਣੀ ਨਿਗਾਹ ਪਾਣੀ ਦੇ ਵਿੱਚ ਹੈ, ਖੰਡਾ ਫੇਰੀ ਜਾ ਰਹੇ ਨੇ, ਨਾਲੇ ਬਾਣੀ ਪੜ੍ਹੀ ਜਾ ਰਹੇ ਨੇ। ਪੰਜੇ ਬਾਣੀਆਂ ਜਦੋਂ ਪੜ੍ਹੀਆਂ ਫਿਰ ਉਹ ਪਾਣੀ ਅੰਮ੍ਰਿਤ ਬਣ ਗਿਆ, ਫਿਰ ਉਹ ਛਕਾਇਆ। ਇਹ ਨਹੀਂ ਕਿਹਾ ਕਿ ਤੁਸੀਂ ਅਮਰ ਹੋ ਜਾਓਗੇ, ਉਹਦੇ ਨਾਲ ਫਿਰ ਗੁਰਮੰਤਰ ਦਿੱਤਾ ਵੀ ਆਹ ਗੁਰਮੰਤਰ ਦਾ ਜਾਪ ਕਰੋ, ਇਹ ਤੁਹਾਨੂੰ ਅਮਰ ਕਰੇਗਾ, ਇਹ ਤੁਹਾਨੂੰ ਅਮਰ ਕਰੇਗਾ। ਪਰਮਾਤਮਾ ਦਾ ਨਾਮ ਜਿਹੜਾ ਅਸਲ 'ਚ ਮਨੁੱਖ ਨੂੰ ਇਹੀ ਅਮਰ ਕਰਦਾ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਇਹ 'ਚ ਪਰਮਾਤਮਾ ਦਾ ਨਾਮ ਵੀ ਹੈ ਇਸ ਬਾਣੀ 'ਚ। ਜਿਸ ਕਾ ਸਭ ਆਧਾਰੋ, ਇਸ ਨਾਮ ਦਾ ਹੀ ਸਾਰਿਆਂ ਨੂੰ ਓਟ ਆਸਰਾ। ਨਾਮ ਜ਼ਿੰਦਗੀ ਦਾ ਆਧਾਰ ਹੈ। ਤਾਂ ਹੀ ਕਹਿੰਦੇ ਆਖਾਂ ਜੀਵਾਂ ਵਿਸਰੈ ਮਰ ਜਾਉ। ਨਾਮ ਜਿਹੜਾ ਹੈ ਇਹ ਸਾਡੇ ਜੀਵਨ ਦਾ ਆਧਾਰ ਹੈ, ਇਹ ਸਭ ਦਾ ਆਧਾਰ ਹੈ, ਇਹ ਹਰ ਇੱਕ ਦਾ ਆਧਾਰ ਹੈ। ਇਹ ਨਾਮ ਵੀ ਇਹਦੇ ਵਿੱਚ ਹੈ, ਇਹਦੇ 'ਚ ਸਤ ਹੈ, ਇਹਦੇ 'ਚ ਸੰਤੋਖ ਹੈ, ਇਹਦੇ 'ਚ ਬ੍ਰਹਮ ਵਿਚਾਰ ਹੈ, ਇਹਦੇ 'ਚ ਪਰਮਾਤਮਾ ਦਾ ਨਾਮ ਹੈ। ਇਹ ਆਤਮਿਕ ਖੁਰਾਕ ਹੈ। ਦੋ ਪ੍ਰਕਾਰ ਦੀ ਖੁਰਾਕ ਹੁੰਦੀ ਹੈ, ਇੱਕ ਸਰੀਰ ਦੀ ਖੁਰਾਕ, ਇੱਕ ਮਨ ਦੀ ਖੁਰਾਕ। ਸਰੀਰ ਦੀ ਖੁਰਾਕ ਦਾ ਤੁਹਾਨੂੰ ਪਤਾ ਹੈ, ਰੋਟੀ ਪਾਣੀ ਹਵਾ, ਇਸ ਤੋਂ ਬਿਨਾਂ ਸਰੀਰ ਜਿਉਂਦਾ ਨਹੀਂ ਰਹਿ ਸਕਦਾ। ਤਿੰਨ ਚੀਜ਼ਾਂ ਤੋਂ ਬਿਨਾਂ ਸਾਡਾ ਸਰੀਰ ਜਿਉਂਦਾ ਨਹੀਂ ਰਹਿ ਸਕਦਾ, ਰੋਟੀ ਪਾਣੀ ਅਤੇ ਹਵਾ।
ਹਵਾ ਤੋਂ ਬਿਨਾਂ ਸ਼ਾਇਦ ਅਸੀਂ 2 ਮਿੰਟਾਂ ਦੇ ਵਿੱਚ ਮਰ ਜਾਈਏ, ਪਾਣੀ ਸ਼ਾਇਦ 7 ਦਿਨਾਂ ਬਾਅਦ ਮਰ ਜਾਈਏ, ਰੋਟੀ ਸ਼ਾਇਦ 60-70 ਦਿਨ ਵੀ ਜਿਉਂਦੇ ਰਹੀਏ ਫਿਰ ਵੀ ਮਰ ਜਾਵਾਂਗੇ। ਜਿੰਨੀ ਰੋਟੀ ਮਿਲੀ ਮਰ ਜਾ ਕਿ ਨੂੰ ਮਰ ਜਾਵਾਂਗੇ। ਜੀਵਨ ਦਾ ਆਧਾਰ ਰੋਟੀ, ਪਾਣੀ ਅਤੇ ਹਵਾ ਹੈ। ਇਹ ਸਰੀਰ ਦਾ ਆਧਾਰ ਹੈ। ਸਰੀਰ ਇਹਨਾਂ ਕਰਕੇ ਜਿਉਂਦਾ ਹੈ, ਨਹੀਂ ਤਾਂ ਮਰ ਜਾਏਗਾ। ਮਨ ਦਾ ਆਧਾਰ ਪਰਮਾਤਮਾ ਦਾ ਨਾਮ ਹੈ। 4 ਚੀਜ਼ਾਂ ਮਨ ਦਾ ਆਧਾਰ ਨੇ। ਇੱਕ ਸਤ, ਦੂਜਾ ਸਬਰ ਸੰਤੋਖ, ਤੀਜਾ ਰੱਬੀ ਵਿਚਾਰ, ਚੌਥਾ ਪਰਮਾਤਮਾ ਦਾ ਨਾਮ। ਇਹ ਮਨ ਦੀ ਖੁਰਾਕ ਹੈ। ਇਹ ਮਨ ਨੂੰ ਖੁਰਾਕ ਦੇਣੀ ਚਾਹੀਦੀ ਹੈ। ਅੰਦਰ ਸਤ ਹੋਵੇ, ਅੰਦਰ ਸਬਰ ਸੰਤੋਖ ਹੋਵੇ, ਅੰਦਰ ਰੱਬੀ ਵਿਚਾਰ ਹੋਣ, ਅੰਦਰ ਪਰਮਾਤਮਾ ਦਾ ਨਾਮ ਹੋਵੇ। ਕਹਿੰਦਾ ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰ। ਜਿਹੜਾ ਇਹਨਾਂ 4 ਚੀਜ਼ਾਂ ਨੂੰ ਖਾਵੇਗਾ, ਭਾਵ ਹਿਰਦੇ 'ਚ ਵਸਾਏਗਾ। ਭੁੰਚੈ ਹੁੰਦਾ ਖਾ ਕੇ ਫਿਰ ਉਸਦਾ ਆਨੰਦ ਮਾਣਨਾ। ਰਸਗੁੱਲਾ ਹੈ, ਬਹੁਤ ਦਿਨ ਭੁੰਚਣਾ ਹੀ ਨਹੀਂ ਆਉਂਦਾ। ਚੱਕਿਆ ਰਸਗੁੱਲਾ, ਮੂੰਹ 'ਚ ਪਾਇਆ, ਧੱਕਾ ਮਾਰਿਆ, ਅੰਦਰ ਗਿਆ, ਸਵਾਦ ਤੇ ਮਾਣੇ ਹੀ ਨਾ। ਉਹਦਾ ਰਸ ਦਾ ਤੇ ਆਨੰਦ ਮਾਣੇ ਹੀ ਨਾ, ਢਿੱਡ ਜ਼ਰੂਰ ਭਰ ਲਿਆ ਹੈ। ਜਿੰਨੀ ਸਵਾਦ ਲਈ ਚੀਜ਼ ਹੋਵੇ ਉਨੀ ਹੀ ਉਸਨੂੰ ਹੌਲੀ ਹੌਲੀ ਖਾਣਾ ਚਾਹੀਦਾ। ਉਹਦਾ ਪੂਰਾ ਸਵਾਦ ਮਾਣੋ ਉਸਦਾ। ਹਾਂ, ਢਿੱਡ ਭਰਨ ਦੀ ਕੋਸ਼ਿਸ਼ ਨਾ ਕਰੋ ਤੇ ਭਾਰੀ ਜਾਏਗਾ ਜੇ ਤੁਸੀਂ 5-7 ਰਸਗੁੱਲੇ ਖਾ ਲਓਗੇ। ਇਹ ਨਹੀਂ ਵੀ ਹਾਂ, ਰੋਟੀ ਦਾ ਵੀ ਆਨੰਦ ਤਾਂ ਹੀ ਹੁੰਦਾ ਜੇ ਉਹਨੂੰ ਚਬਾ ਕੇ ਖਾਓਗੇ। ਅੱਧੀ ਕੁ ਚਬਾਈ, ਬਾਕੀ ਧੱਕਾ ਮਾਰਿਆ, ਗਰਾਈ ਅੰਦਰ ਗਈ। ਯਾਦ ਰੱਖੋ, ਅੰਦਰ ਦੰਦ ਨਹੀਂ ਲੱਗੇ। ਉਹ ਫਿਰ ਜਿਹੜੀ ਤੁਸੀਂ ਅੱਧੀ ਗਰਾਈ ਬਿਨਾਂ ਚੱਬੇ ਅੰਦਰ ਭੇਜਤੀ, ਉਹ ਕਿਵੇਂ ਹਜਮ ਹੋਏਗੀ? ਫਿਰ ਪੇਟ 'ਚ ਨੁਕਸ ਪੈਣਗੇ। ਫਿਰ ਪੇਟ 'ਚ ਨੁਕਸ ਪੈਂਦੇ ਨੇ। ਕਿਉਂ? ਅੰਦਰ ਦੰਦ ਕੋਈ ਨਹੀਂ। ਉਹ ਰੋਟੀ ਨੂੰ ਚਬਾਏ ਕੌਣ? ਪਸ਼ੂਆਂ 'ਚ ਦੇਖੋ ਇੱਕ ਸਿਫਤ ਹੈ, ਇਹ ਪਹਿਲਾਂ ਖਾਈ ਜਾਂਦੇ ਨੇ, ਚਬਾਉਂਦੇ ਨਹੀਂ ਹੈਗੇ। ਪਸ਼ੂ ਜੇ ਪੱਠੇ ਖਾਂਦੇ ਨੇ ਨਾਲ ਦੀ ਨਾਲ ਚਬਾਉਂਦੇ ਨਹੀਂ, ਖਾਈ ਜਾਂਦੇ ਨੇ। ਫਿਰ ਜੇ ਖਾ ਹਟਦੇ ਨੇ, ਢਿੱਡ ਭਰ ਗਿਆ ਹੈ, ਕਦੇ ਇਹਨਾਂ ਨੂੰ ਨੋਟ ਕਰੋ, ਜਾਂ ਪਸ਼ੂ ਖਲੋਤਾ ਰਹਿੰਦਾ ਜਾਂ ਬਹਿ ਜਾਂਦਾ, ਅਤੇ ਫਿਰ ਉਸ ਸਾਹ ਦੇ ਨਾਲ ਨਾ ਅੰਦਰੋਂ ਪੱਠੇ ਲਿਆਉਂਦਾ ਜਿਹੜੇ ਖਾਧੇ ਸੀ ਮੂੰਹ 'ਚ। ਫਿਰ ਉਹਨੇ ਚੱਬਦਾ ਰਹਿੰਦਾ, ਉਹਨੂੰ ਕਹਿੰਦੇ ਚੁਗਾਲੀ ਕਰਨਾ। ਕਈ ਵਾਰੀ ਇੰਨਾ ਚੱਬਦਾ ਕਿ ਉਹਦੇ ਝੱਗ ਬਣ ਜਾਂਦੀ ਮੂੰਹ 'ਚ। ਜਦੋਂ ਚੱਬੇ ਜਾਂਦੇ ਨੂੰ ਉਹਨੇ ਇੱਕ ਪੱਠੇ ਜਿੰਨੇ ਮੂੰਹ 'ਚ ਲਿਆ ਸੀ, ਐਸਾ ਸਿਸਟਮ ਬਣਿਆ ਉਹਨੂੰ ਵਾਪਸ ਭੇਜ ਦਿੰਦੇ। ਜਿਹੜੇ ਅੰਦਰ ਬਿਨਾਂ ਚੱਬੇ ਪਏ ਨੇ ਉਹਨਾਂ 'ਚ ਫਿਰ ਮੂੰਹ 'ਚ ਲੈ ਆਉਂਦਾ। ਫਿਰ ਉਹਨਾਂ ਚਬਾਉਂਦਾ ਰਹਿੰਦਾ, ਫਿਰ ਉਹਨਾਂ ਅੰਦਰ ਭੇਜਦਾ। ਕਿਉਂਕਿ ਕਿਸਾਨ ਹੋਣ ਦੇ ਨਾਤੇ ਮੈਂ ਦੇਖਦਾ ਰਹਿੰਦਾ ਸੀ ਪਸ਼ੂਆਂ ਨੂੰ। ਮੈਂ ਦੇਖੋ ਪਹਿਲਾਂ ਖਾਈ ਗਏ। ਇਹਨਾਂ ਦੇ ਅੰਦਰ ਵੀ ਮਸ਼ੀਨ ਕੋਈ ਨਹੀਂ ਲੱਗੀ, ਦੰਦ ਮੂੰਹ 'ਚ ਹੀ ਨੇ। ਇਹ ਫਿਰ ਲੈ ਆਉਂਦੇ ਵਾਪਸ। ਇਹਨਾਂ ਦਾ ਸਿਸਟਮ ਐਸਾ, ਅਸੀਂ ਲਿਆ ਨਹੀਂ ਸਕਦੇ। ਸਾਨੂੰ ਤਾਂ ਜੇ ਡਕਾਰ ਆ ਜਾਏ ਨਾ ਅਤੇ ਉਹ ਤਾਂ ਖੱਟਾ ਹੁੰਦਾ, ਖੱਟਾ ਟੀਟ, ਮੂੰਹ ਖਰਾਬ ਹੋ ਜਾਂਦਾ। ਅਤੇ ਕਹਿੰਦੇ ਜੇ 5-7 ਵਾਰ ਵੀ ਡਕਾਰ ਆ ਜਾਣਾ, ਕਹਿੰਦੇ ਇਹਨੂੰ ਐਸਿਡਿਟੀ ਹੋ ਗਈ ਹੈ, ਇਹਦੇ ਅੰਦਰ ਤੇਜ਼ਾਬੀ ਮਾਦਾ ਵੱਧ ਗਿਆ, ਚੱਲ ਬਈ ਡਾਕਟਰ ਕੋਲ ਜਾ, ਲੈ ਕੇ ਆ ਦਵਾਈ, ਤੈਨੂੰ ਖੱਟੇ ਡਕਾਰ ਆਉਂਦੇ ਨੇ। ਅਸੀਂ ਤਾਂ ਰੋਟੀ ਖਾਣੀ ਹੈ, ਨਾਲ ਉਸਨੂੰ ਪੂੰਝਣਾ ਹੈ, ਉਹਦਾ ਆਨੰਦ ਮਾਣਨਾ ਹੈ। ਇਹ ਪਰਮਾਤਮਾ ਦਾ ਨਾਮ ਜਪਣਾ, ਸਤ ਦੇ ਅਨੁਸਾਰ ਜੀਵਨ ਜਿਉਣਾ, ਸਬਰ ਸੰਤੋਖ ਰੱਖਣਾ, ਅੰਦਰ ਰੱਬੀ ਗਿਆਨ ਪ੍ਰਾਪਤ ਕਰਨਾ ਹੈ, ਨਾਮ ਜਪਣਾ ਹੈ। ਜਿਹੜਾ ਕਹਿੰਦੇ ਇਹ ਕੰਮ ਕਰਦੇ ਨਾ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ, ਉਹਦਾ ਤੇ ਪਾਰ ਉਤਾਰਾ ਹੋ ਜਾਣਾ। ਉਸ ਬੰਦੇ ਦਾ ਤੇ ਪਾਰ ਉਤਾਰਾ ਹੋ ਜਾਣਾ ਜਿਹਦੇ ਅੰਦਰ ਸਤ ਹੈ, ਜਿਹਦੇ ਅੰਦਰ ਸੰਤੋਖ ਹੈ, ਜਿਹਦੇ ਅੰਦਰ ਰੱਬੀ ਵਿਚਾਰ ਨੇ, ਜਿਹਦੇ ਅੰਦਰ ਸਿਮਰਨ ਹੈ, ਉਹਦਾ ਤੇ ਪਾਰ ਉਤਾਰਾ ਹੋ ਜਾਣਾ। ਇਹ ਵਸਤ ਤਜੀ ਨਹਿ ਜਾਈ, ਹੁਣੇ ਨਹਿ ਹੈ, ਧਿਆਨ ਦੇਣਾ। ਜੇ ਨੰਨਾ ਹਾਹਾ ਹੋਵੇ, ਇਹ ਫਾਰਸੀ ਦਾ ਸ਼ਬਦ ਹੁੰਦਾ। ਇਹ ਵਸਤ ਤਜੀ ਨਹ ਜਾਈ। ਜੇ ਹਾਹੇ ਨੂੰ ਸਿਹਾਰੀ ਹੋਵੇ, ਫਿਰ ਇਹ ਹਿੰਦੀ ਦਾ ਸ਼ਬਦ ਹੈ, ਫਿਰ ਇਹਦਾ ਉਚਾਰਨਾ ਨਹਿ। ਜੇ ਨੰਨਾ ਹਾਹੇ ਨੂੰ ਸਿਹਾਰੀ ਹੈ, ਫਿਰ ਇਹ ਹਿੰਦੀ ਦਾ ਸ਼ਬਦ ਹੈ ਅਤੇ ਇਹਦਾ ਉਚਾਰਨਾ ਨਹਿ।
ਜੇ ਕੱਲਾ ਨੰਨਾ ਹਾ ਹੈ ਫਿਰ ਹਿੰਦੀ ਦਾ ਸ਼ਬਦ ਨਹੀਂ ਹੈ, ਫਿਰ ਇਹ ਫਾਰਸੀ ਦਾ ਸ਼ਬਦ ਹੈ, ਅਤੇ ਫਾਰਸੀ 'ਚ ਇਸਦਾ ਉਚਾਰਨ ਹੈ ਨਾ। ਇਹ ਵਸਤ ਤਜੀ ਨਹ ਜਾਈ, ਨਿਤ ਨਿਤ ਰੱਖ ਉਰ ਧਾਰੋ। ਇਹ ਨਾਮ ਰੂਪੀ ਵਸਤੂ ਛੱਡੀ ਨਹੀਂ ਜਾ ਸਕਦੀ, ਇਹਨੂੰ ਹਮੇਸ਼ਾ ਨਿਤ ਨਿਤ ਹਮੇਸ਼ਾ ਰੱਖ ਉਰ ਧਾਰੋ। ਔਰ ਮੈਨੇ ਹਿਰਦਾ, ਧਾਰੋ ਮੈਨੇ ਟਿਕਾ ਕੇ ਰੱਖਣਾ। ਇਹ ਨਾਮ ਰੂਪੀ ਵਸਤੂ ਛੱਡੀ ਨਹੀਂ ਜਾ ਸਕਦੀ, ਇਹਨੂੰ ਹਮੇਸ਼ਾ ਹਿਰਦੇ 'ਚ ਵਸਾ ਕੇ ਰੱਖਣਾ ਚਾਹੀਦਾ। ਤੁਸੀਂ ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਜਪੀ ਜਾਓ। ਜਿਹਦਾ ਨਾਮ ਜਪ ਰਿਹਾ ਸਮਾਂ ਪੱਕ ਉਹਦੀ ਯਾਦ ਹਿਰਦੇ 'ਚ ਵਸ ਜਾਏਗੀ। ਬਸ ਇਹੀ ਨਾਮ ਵਸੇ। ਜਦੋਂ ਫਿਰ ਪਰਮਾਤਮਾ ਆਪਣੇ ਆਪ ਹੀ ਯਾਦ ਆਈ ਜਾਏਗਾ, ਸਮਝੋ ਹੁਣ ਪਰਮਾਤਮਾ ਦਾ ਨਾਮ ਹਿਰਦੇ 'ਚ ਵਸ ਗਿਆ, ਉਹ ਆਪਣੇ ਆਪ ਹੀ ਯਾਦ ਆਈ ਜਾਂਦਾ ਹੈ। ਇਹ ਵਸਤ ਤਜੀ ਨਹ ਜਾਈ, ਨਿਤ ਨੇ ਰੱਖ ਉਰ ਧਾਰੋ। ਯਾਦ ਰੱਖਣਾ। ਫਿਰ ਬਾਣੀ ਕਿਤੇ ਲਿਖਿਆ ਨੰਨਾ ਹਾਹੇ ਨੂੰ ਸਿਹਾਰੀ, ਉਹ ਹਿੰਦੀ ਦਾ ਸ਼ਬਦ ਹੈ, ਉਹਨੂੰ ਪੜ੍ਹਨਾ ਨੇ। ਨੰਨਾ ਹਾਹਾ ਕੱਲਾ, ਇਹ ਫਾਰਸੀ ਦਾ ਸ਼ਬਦ ਹੈ, ਇਹਦਾ ਉਚਾਰਨ ਹੈ ਨਾ। ਨੰਨੇ ਨੂੰ ਕੰਨਾ ਹਾਹਾ ਨਾ। ਇਹ ਵਸਤ ਤਜੀ ਨਹ ਜਾਈ, ਨਿਤ ਨਿਤ ਰੱਖ ਉਰ ਧਾਰੋ। ਇਹ ਛੱਡੀ ਨਹੀਂ ਜਾ ਸਕਦੀ, ਇਹਨੂੰ ਹਿਰਦੇ 'ਚ ਵਸਾ ਕੇ ਰੱਖਣਾ ਹੈ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਤਮ ਸੰਸਾਰ, ਇਹ ਸੰਸਾਰ 'ਚ ਅਗਿਆਨਤਾ ਦਾ ਹਨੇਰਾ ਹੈ। ਤਮ ਹਨੇਰਾ ਕਾਹਦਾ? ਅਗਿਆਨਤਾ ਦਾ। ਸੰਸਾਰ 'ਚ ਅਗਿਆਨਤਾ ਦਾ ਹਨੇਰਾ ਹੈ। ਚਰਨ ਲਗ ਤਰੀਐ। ਹੁਣ ਇਹ ਪ੍ਰਮਾਤਮਾ ਦੇ ਨਾਮ ਨਾਲ ਜੁੜ ਕੇ ਹੀ ਅਸੀਂ ਇਸ ਹਨੇਰੇ 'ਚੋਂ ਬਾਹਰ ਨਿਕਲ ਸਕਦੇ ਹਾਂ। ਅਗਿਆਨਤਾ ਰੂਪੀ ਹਨੇਰੇ 'ਚੋਂ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਹੀ ਬਾਹਰ ਨਿਕਲ ਸਕਦੇ ਹਾਂ, ਨਹੀਂ ਤਾਂ ਹਨੇਰੇ 'ਚ ਹੀ ਸਾਰੀ ਉਮਰ ਰਹਾਂਗੇ। ਚਰਨਾਂ ਨਾਲ ਲੱਗਣਾ, ਪਰਮਾਤਮਾ ਦੇ ਚਰਨਾਂ ਨਾਲ ਲੱਗਣ ਦਾ ਭਾਵ ਹੈ ਉਹਦਾ ਨਾਮ ਜਪਣਾ। ਗੁਰੂ ਦੇ ਚਰਨੀ ਲੱਗਾ ਭਾਵ ਬਾਣੀ ਪੜ੍ਹਨੀ ਸ਼ੁਰੂ ਕਰਨਾ। ਆਓ ਕਹਿੰਦੇ ਤੁਹਾਨੂੰ ਗੁਰੂ ਦੇ ਚਰਨੀ ਲਾ ਦਈਏ, ਉਹਨੂੰ ਫਿਰ ਪਹਿਲੀਆਂ 5 ਪੌੜੀਆਂ ਬੋਲਦੇ ਨੇ, ਮਗਰ ਮਗਰ ਵਿਦਿਆਰਥੀ ਬੋਲਦਾ ਹੈ, ਅਤੇ ਕਹਿੰਦੇ ਲੈ ਅੱਜ ਤੂੰ ਗੁਰੂ ਦੇ ਚਰਨੀ ਲੱਗ ਗਿਆ, ਹੁਣ ਬਾਣੀ ਪੜ੍ਹਿਆ ਕਰ। ਪਰ ਬਾਣੀ ਪੜ੍ਹਨਾ, ਨਾਮ ਜਪਣਾ, ਇਹ ਚਰਨੀ ਲੱਗਣਾ ਹੁੰਦਾ ਹੈ। ਇਹ ਸੰਸਾਰ ਅਗਿਆਨਤਾ ਦਾ ਹਨੇਰਾ ਹੈ। ਗੁਰੂ ਦੇ ਚਰਨਾਂ ਨਾਲ, ਰੱਬ ਦੇ ਚਰਨਾਂ ਨਾਲ, ਭਾਵ ਉਹਦੇ ਨਾਮ ਨਾਲ ਜੁੜ ਕੇ ਹੀ ਫਿਰ ਪਤਾ ਮਨੁੱਖ ਤਰ ਸਕਦਾ ਹੈ, ਇਸ ਅਗਿਆਨਤਾ 'ਚੋਂ ਬਾਹਰ ਨਿਕਲ ਸਕਦਾ ਹੈ। ਸਭ ਨਾਨਕ ਬ੍ਰਹਮ ਪਸਾਰੋ। ਫਿਰ ਉਹਨੂੰ ਪਤਾ ਲੱਗਾ ਸਾਰੇ ਪਾਸੇ ਰੱਬ ਹੀ ਰੱਬ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਫਿਰ ਉਹਨੂੰ ਗਿਆਨ ਹੁੰਦਾ ਵੀ ਸਾਰਿਆਂ 'ਚ ਹੀ ਰੱਬ ਹੈ, ਰੱਬ ਤੋਂ ਬਿਨਾਂ ਤਾਂ ਕੋਈ ਹੈ ਹੀ ਨਹੀਂ ਹੈਗਾ। ਸਭ ਦੇ ਵਿੱਚ ਉਸਨੂੰ ਰੱਬ ਦਿਸਣਾ ਸ਼ੁਰੂ ਹੋ ਜਾਂਦਾ। ਜਦੋਂ ਸਭ ਦੇ ਵਿੱਚ ਰੱਬ ਦਿਸਦਾ, ਉਹਦੇ ਲਈ ਕੋਈ ਬੇਗਾਨਾ ਹੀ ਨਹੀਂ ਰਹਿੰਦਾ, ਉਹਦੀ ਕਿਸੇ ਨਾਲ ਦੁਸ਼ਮਣੀ ਹੀ ਨਹੀਂ ਰਹਿੰਦੀ, ਉਹਦੀ ਕਿਸੇ ਨਾਲ ਨਾਰਾਜ਼ਗੀ ਹੀ ਨਹੀਂ ਰਹਿੰਦੀ। ਅਤੇ ਜਿਨ੍ਹਾਂ ਦੇ ਅੰਦਰ ਰੱਬ ਵਸ ਜਾਂਦਾ ਨਾ, ਸਾਧੂ ਦੇਖੋ ਸਦੀਆਂ ਤੋਂ ਜੰਗਲਾਂ 'ਚ ਰਹਿੰਦੇ ਨੇ, ਕਦੇ ਨਹੀਂ ਆਇਆ ਵੀ ਕਿਸੇ ਸਾਧੂ ਨੂੰ ਸ਼ੇਰ ਜਾਂ ਬਘਿਆੜ ਖਾ ਗਿਆ ਹੋਵੇ। ਜੰਗਲਾਂ ਸ਼ੇਰ, ਬਘਿਆੜ, ਚੀਤੇ ਵੀ ਤਾਂ ਰਹਿੰਦੇ ਨੇ, ਅਤੇ ਜੰਗਲਾਂ 'ਚ ਸਾਧੂ ਵੀ ਰਹਿੰਦੇ ਨੇ, ਪਰ ਕਦੇ ਨਹੀਂ ਸੁਣਿਆ ਕਿ ਕਿਸੇ ਸਾਧੂ ਨੂੰ ਸ਼ੇਰ, ਬਘਿਆੜ ਜਾਂ ਚੀਤੇ ਨੇ ਖਾਧਾ ਹੋਵੇ। ਨਹੀਂ, ਕਿ ਸ਼ੇਰ, ਬਘਿਆੜ, ਚੀਤੇ 'ਚ ਵੀ ਰੱਬ ਵਸਦਾ ਹੈ, ਅਤੇ ਸਾਧੂ ਦੇ ਵਿੱਚ ਵੀ ਰੱਬ ਵਸਦਾ ਹੈ। ਰੱਬ ਨੇ ਰੱਬ ਨੂੰ ਕੀ ਕਹਿਣਾ? ਉਹਨੇ ਕੀ ਕਹਿਣਾ? ਇਸ ਲਈ ਪਸ਼ੂ ਵੀ, ਉਹ ਜਾਨਵਰ ਜਿਹੜੇ ਦੂਜੇ ਨੂੰ ਮਾਰ ਮਾਰ ਕੇ ਖਾਂਦੇ ਨੇ, ਉਹ ਪਸ਼ੂ ਵੀ ਸਾਧੂਆਂ ਨੂੰ ਕੁਛ ਨਹੀਂ ਕਹਿੰਦੇ। ਈਵਨ ਸਾਧੂ ਦੇ ਕੋਲ ਬੱਕਰੀ ਬੈਠੀ ਹੈ ਅਤੇ ਸਾਧੂ ਦੇ ਕੋਲ ਸ਼ੇਰ ਆ ਗਿਆ, ਤਾਂ ਸ਼ੇਰ ਬੱਕਰੀ ਨੂੰ ਨਹੀਂ ਖਾਂਦਾ। ਸਾਧੂ ਦੀਆਂ ਦਾ ਪ੍ਰਭਾਵ ਵੀ ਇਹੋ ਜਿਹਾ ਸ਼ੇਰ 'ਤੇ ਪੈਂਦਾ ਕਿ ਉਹ ਚੁੱਪ ਕਰਕੇ ਆ ਕੇ ਬਹਿ ਜਾਂਦਾ ਸਾਧੂ ਕੋਲ। ਨਾ ਉਹ ਸਾਧੂ ਨੂੰ ਝਪਟਾ ਮਾਰਦਾ, ਨਾ ਬੱਕਰੀ ਨੂੰ ਮਾਰਦਾ, ਉਹ ਬੱਕਰੀ ਨੂੰ ਕੁਛ ਨਹੀਂ ਕਹਿੰਦਾ। ਇਸ ਲਈ ਫਿਰ ਸਾਰੇ ਪਾਸੇ ਬ੍ਰਹਮ ਦਾ ਪਸਾਰਾ ਹੀ ਦਿਸਦਾ ਹੈ। ਸ਼ਲੋਕ ਮਹਿਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਜੋ ਕੀਤੋ ਈ। ਕੀਤੋ ਈ ਐਂ ਪੜ੍ਹਨਾ, ਕੀ ਤੋਈ ਨਹੀਂ ਪੜ੍ਹਨਾ, ਕੀਤੋ ਪਲੱਸ ਈ, ਕੀਤੋ ਈ ਵੀ ਕੀਤਾ ਹੈ।
ਤੇਰਾ ਕੀਤਾ ਜਾਤੋ ਨਾਹੀ। ਤੂੰ ਜੋ ਮੇਰੇ ਲਈ ਪਰਮਾਤਮਾ ਕੀਤਾ ਨਾ, ਮੈਂ ਤੈਨੂੰ ਜਾਣਿਆ ਹੀ ਨਹੀਂ ਹੈ। ਮੈਂ ਤੇ ਤੈਨੂੰ ਜਾਣ ਹੀ ਨਹੀਂ ਸਕਿਆ। ਤੂੰ ਮੇਰੇ ਲਈ ਇੰਨਾ ਕੁਛ ਕਰਦਾ। ਜਿਵੇਂ ਅਸੀਂ ਇਸ ਗੱਲ ਨੂੰ ਨਹੀਂ ਜਾਣਦੇ ਕਿ ਪਰਮਾਤਮਾ ਸਾਡੇ ਲਈ ਕੀ ਕਰ ਰਿਹਾ ਹੈ। ਅਸੀਂ ਕਹਿੰਦੇ ਅਸੀਂ ਆਪਣੇ ਯਤਨਾਂ ਨਾਲ ਇਹ ਕੀਤਾ ਹੈ। ਤੇਰਾ ਕੀਤਾ ਜਾਤੋ ਨਾਹੀ। ਤੂੰ ਜੋ ਕੁਝ ਮੇਰੇ ਲਈ ਕੀਤਾ ਹੁਣ ਤਾਂ ਮੈਂ ਜਾਣੀ ਹੀ ਨਹੀਂ। ਮੈਨੂੰ ਯੋਗ ਕੀਤੋ ਹੀ। ਤੂੰ ਇਹ ਗੁਰੂ ਗ੍ਰੰਥ ਸਾਹਿਬ ਲਿਖਣ ਲਈ ਮੈਨੂੰ ਯੋਗ ਬਣਾਇਆ। ਤੂੰ ਮੈਨੂੰ ਯੋਗ ਬਣਾਇਆ। ਜੇ ਤੂੰ ਯੋਗ ਨਾ ਬਣਾਉਂਦਾ, ਇਹ ਮੈਂ ਗੁਰੂ ਗ੍ਰੰਥ ਸਾਹਿਬ ਪੰਚਮ ਪਾਤਸ਼ਾਹ ਕਦੇ ਨਹੀਂ ਸੀ ਲਿਖ ਸਕਦਾ। ਮੈਂ ਨਿਰਗੁਣਿਆਰੇ ਕੋ ਗੁਣ ਨਹੀਂ। ਮੈਂ ਤੇ ਨਿਰਗੁਣਿਆਰਾ ਹਾਂ, ਮੇਰੇ 'ਚ ਕੋਈ ਗੁਣ ਨਹੀਂ ਹੈ। ਆਪੇ ਤਰਸ ਪਏ ਹੋਈ, ਤੈਨੂੰ ਮੇਰੇ 'ਤੇ ਤਰਸ ਆ ਗਿਆ। ਤੂੰ ਮੈਨੂੰ ਯੋਗ ਬਣਾਤਾ। ਤੂੰ ਮੈਨੂੰ ਯੋਗ ਬਣਾਤਾ, ਇਸ ਲਈ ਮੈਂ ਗੁਰੂ ਗ੍ਰੰਥ ਸਾਹਿਬ ਲਿਖਿਆ ਹੈ। ਕੋਈ ਮਾਣ ਨਹੀਂ ਕੀਤਾ ਵੀ ਮੈਂ ਲਿਖਿਆ, ਮੈਂ ਲਿਖਵਾਇਆ। ਨਾ ਭਾਈ ਗੁਰਦਾਸ ਜੀ ਨੇ ਮਾਣ ਕੀਤਾ ਕਿ ਮੈਂ ਲਿਖਾਰੀ ਰਿਹਾ ਹਾਂ। ਮਾਣ ਨਹੀਂ ਕੀਤਾ। ਤਰਸ ਪਿਆ ਮਿਹਰਾਮਤ ਹੋਈ। ਖਿਆਲ ਰੱਖਣਾ, ਮੰਮੇ ਨੂੰ ਸਿਹਾਰੀ ਲੱਗੀ ਹੈ, ਸਿਹਾਰੀ ਹੀ ਬੋਲਣੀ ਹੈ। ਬਹੁਤੇ ਪਾਠੀਆਂ ਤੋਂ ਮੈਂ ਸੁਣਦਾ, ਉਹ ਕਹਿੰਦੇ ਤਰਸ ਪਿਆ ਮਿਹਰਾਮਤ ਹੋਈ। ਉਹ ਮਹਿ ਬੋਲ ਦਿੰਦੇ ਨੇ। ਨਹੀਂ, ਮੰਮੇ ਨੂੰ ਸਿਹਾਰੀ ਲੱਗੀ ਹੈ। ਮਿਹਰ ਤੋਂ ਬਣਿਆ। ਅਲਗ ਦਾਤੇ ਦੀ ਬੜੀ ਮਿਹਰ ਹੈ ਜੀ। ਮਿਹਰ ਤੋਂ ਬਣਿਆ ਮਿਹਰਾਮਤ। ਤਰਸ ਪਿਆ ਮਿਹਰਾਮਤ ਹੋਈ। ਸਤਿਗੁਰ ਸੱਜਣ ਮਿਲਿਆ। ਪਰਮਾਤਮਾ ਨੂੰ ਸਾਡੇ 'ਤੇ ਤਰਸ ਆ ਗਿਆ। ਉਹਨੇ ਸਾਡੇ 'ਤੇ ਮਿਹਰ ਕੀਤੀ। ਸਾਡਾ ਗੁਰੂ ਨਾਲ ਮਿਲਾਪ ਕਰਾਤਾ। ਗੁਰੂ ਨਾਲ ਸਾਡਾ ਮਿਲਾਪ ਕਰਾਤਾ। ਅਤੇ ਅਖੀਰ 'ਤੇ ਪੰਚਮ ਪਾਤਸ਼ਾਹ ਬੇਨਤੀ ਕਰਦੇ ਨੇ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿ। ਗੁਰੂ ਮਹਾਰਾਜ ਕੇ, ਹੇ ਪਰਮਾਤਮਾ, ਜੇ ਮੈਨੂੰ ਨਾਮ ਦੀ ਦਾਤ ਮਿਲ ਜਾਏ ਨਾ, ਮੈਂ ਅਸ ਤਾਂ ਹੀ ਜਿਉਂਦਾ। ਦਾਤ ਮਿਲਣਾ, ਮੇਰਾ ਮਨ ਅਤੇ ਤਨ ਜਿਹੜਾ ਹੈ ਥੀਵੈ ਹਰਿਆ, ਹਰਿਆ ਭਰਿਆ ਹੋ ਜਾਂਦਾ ਹੈ। ਨਾਮ ਮਨੁੱਖ ਨੂੰ ਹਮੇਸ਼ਾ ਹਰਿਆ ਭਰਿਆ ਰੱਖਦਾ ਹੈ। ਨਹੀਂ ਤਾਂ ਜਿਵੇਂ ਦਰਖਤ ਨੇ, ਕਦੇ ਬਹੁਤ ਪੱਤੇ ਹਰੇ ਹੁੰਦੇ ਨੇ, ਕਦੇ ਸੁੱਕ ਸੜ ਜਾਂਦੇ ਨੇ। ਇਸ ਤਰ੍ਹਾਂ ਜਿਹੜਾ ਮਨੁੱਖ ਨਾਮ ਜਪਦਾ ਰਹਿੰਦਾ ਹੈ, ਅੰਦਰੋਂ ਹਰਿਆ ਭਰਿਆ ਰਹਿੰਦਾ ਹੈ। ਬਾਹਰੋਂ ਸਰੀਰ ਦੇ ਕਿੰਨੇ ਵੀ ਦੁੱਖ ਆਉਣ, ਅੰਦਰੋਂ ਉਹ ਹਰਿਆ ਰਹਿੰਦਾ ਹੈ। ਅੰਦਰੋਂ ਨਹੀਂ ਉਹ ਡੋਲਦਾ, ਅੰਦਰੋਂ ਇੱਕ ਸਾਰ ਰਹਿੰਦਾ ਹੈ। ਦੁੱਖ ਆਓ ਸੁੱਖ ਆਓ। ਇਸ ਲਈ ਕਿ ਜੇ ਮੈਨੂੰ ਨਾਮ ਮਿਲ ਜਾਏ ਨਾ, ਤੁਸੀਂ ਨਾਮ ਦੇ ਦਿਓ, ਸਮਝੋ ਮੈਂ ਜਿਉਂਦਾ। ਮੇਰਾ ਤਨ ਅਤੇ ਮਨ ਹਰਿਆ ਭਰਿਆ ਹੋ ਜਾਏਗਾ। ਨਾਮ ਦੀ ਹੀ ਦਾਤ ਮੰਗੀ ਅਖੀਰ 'ਤੇ, ਹੋਰ ਕੁਛ ਨਹੀਂ ਮੰਗਿਆ। ਨਾਲੇ ਧੰਨਵਾਦ ਕੀਤਾ, ਸੱਚੇ ਪਾਤਸ਼ਾਹ ਮੇਰੇ 'ਚ ਗੁਣ ਨਹੀਂ ਸੀ, ਤੈਨੂੰ ਮੇਰੇ 'ਤੇ ਤਰਸ ਆ ਗਿਆ। ਤੂੰ ਮੇਰੇ 'ਤੇ ਗੁਣ ਪੈਦਾ ਕੀਤਾ। ਤੂੰ ਮੈਨੂੰ ਗੁਰੂ ਗ੍ਰੰਥ ਸਾਹਿਬ ਲਿਖਣ ਦੇ ਯੋਗ ਬਣਾਇਆ, ਤਾਂ ਮੈਂ ਇਹ ਗ੍ਰੰਥ ਸਾਹਿਬ ਤਿਆਰ ਕਰ ਸਕਿਆ, ਪੂਰਾ ਕਰ ਸਕਿਆ ਹਾਂ। ਅੱਗੇ ਤੋਂ ਵੀ ਕਿਰਪਾ ਕਰੀ, ਮੈਨੂੰ ਨਾਮ ਦੀ ਦਾਤ ਬਖਸ਼ੀ, ਮੈਂ ਤੇਰਾ ਨਾਮ ਜਪਦਾ ਰਹਾਂ। ਅੱਗੇ ਨਾ ਰਾਗ ਮਾਲਾ, ਇਹ 'ਚ ਕੁਛ ਨਹੀਂ। ਉਸ ਵੇਲੇ ਹਿੰਦੁਸਤਾਨ ਦੇ ਵਿੱਚ 84 ਰਾਗ ਸਨ। ਕਿੰਨੇ ਰਾਗ ਸਨ? 84। ਗੁਰੂ ਗ੍ਰੰਥ ਸਾਹਿਬ 31 ਰਾਗਾਂ 'ਚ ਲਿਖਿਆ ਗਿਆ। ਗੁਰੂ ਗ੍ਰੰਥ ਸਾਹਿਬ 31 ਰਾਗਾਂ 'ਚ ਲਿਖਿਆ ਗਿਆ। ਉਂਝ ਉਸ ਵੇਲੇ 84 ਰਾਗ ਸਨ। ਰਾਗ ਮਾਲਾ, ਜੇ ਫੁੱਲਾਂ ਦੀ ਮਾਲਾ ਹੁੰਦੀ ਹੈ ਨਾ, ਫੁੱਲਾਂ ਨੂੰ ਧਾਗੇ ਨਾਲ ਜੇ ਪਰੋ ਦਈਏ ਤਾਂ ਉਹ ਹਾਰ ਜਾਂ ਮਾਲਾ ਬਣ ਜਾਂਦੀ ਹੈ। ਆਪਾਂ ਹਾਰ ਕਹਿੰਦੇ, ਕਈ ਵਾਰੀ ਹਿੰਦੂ ਵੀਰ ਫੁੱਲਾਂ ਦੀ ਮਾਲਾ ਕਹਿੰਦੇ ਨੇ। ਐਂ 84 ਰਾਗਾਂ ਰਾਗਨੀਆਂ ਦੇ ਪੁੱਤਰਾਂ ਨੂੰ ਪਰੋਇਆ ਗਿਆ ਹੈ ਅਤੇ ਰਾਗ ਮਾਲਾ ਬਣਾ ਦਿੱਤੀ ਗਈ ਹੈ। ਇਸ 'ਚੋਂ 84 ਦੇ ਨਾਮ ਨੇ ਬਸ। ਰਾਗ ਹੈ, ਉਹਦੇ ਅੱਗੇ 5 ਪਤਨੀਆਂ ਨੇ ਰਾਗ ਦੀਆਂ। ਉਹਨੂੰ ਬਰੰਗਨ ਲਿਖਿਆ। ਬਰੰਗਨ ਮੈਨੇ ਪਤਨੀ, ਰਾਗਨੀਆਂ। ਹਰ ਇੱਕ ਰਾਗ ਦੇ 8 ਪੁੱਤਰ ਨੇ, ਉਹਨਾਂ ਨੂੰ ਗੁਰੂ ਨੇ ਨੰਦਨ ਲਿਖਿਆ ਹੋਇਆ। ਨੰਦਨ, ਜਿਵੇਂ ਰਾਗ ਏਕ ਸੰਗ ਪੰਚ ਬਰੰਗਨ, ਸੰਗ ਅਲਾਪੈ 8 ਨੰਦਨ। ਇੱਕ ਰਾਗ ਹੈ, 5 ਉਹਦੀਆਂ ਪਤਨੀਆਂ ਨੇ,
8 ਉਹਦੇ ਪੁੱਤਰ ਨੇ, ਤੇ ਅਖੀਰ ਤੇ ਪਾਤਸ਼ਾਹ ਲਿਖਦੇ ਖਸ਼ਟ ਰਾਗ ਉਨ ਗਾਏ, 6 ਰਾਗ ਗਾਏ। ਸੰਗ ਰਾਗਨੀ 30 ਰਾਗਨੀਆਂ, 6 ਰਾਗ ਨੇ, ਹਰ ਇੱਕ ਦੀਆਂ 5 ਪਤਨੀਆਂ, 6 5 30 ਹੋ ਗਈ, 30 ਹੋ। ਸਭੈ ਪੁੱਤਰ ਰਾਗਨ ਕੇ 18 10 20, 18 ਤੇ 10 28 ਤੇ 20 48, 6 ਰਾਗ 30 ਰਾਗਨੀਆਂ 36, 48 ਉਹਨਾਂ ਦੇ ਪੁੱਤਰ 84। ਇਹ ਸਿਰ 84 ਦੇ ਨਾਮ ਨੇ। ਇਸ 'ਚ 84 ਰਾਗ ਰਾਗਨੀਆਂ ਉਹਨਾਂ ਪੁੱਤਰਾਂ ਦੇ ਸਿਰਫ ਇਸ 'ਚ ਨਾਮ ਵਰਣਨ ਕੀਤੇ, ਰਾਗ ਮਾਲਾ ਬਣਾਤੀ ਗਈ ਹੈ। ਜਿਵੇਂ ਰਾਗਾਂ ਨੂੰ ਪਰੋ ਦਿੱਤਾ ਗਿਆ ਹੋਵੇ, ਇਹ ਰਾਗ ਮਾਲਾ ਹੈ। ਇਹ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਹੈ। ਜੇ ਕੁਦਰਤੀ ਇਹੀ ਰਾਗ ਮਾਲਾ 1430 ਅੰਗ ਤੇ ਸ਼ੁਰੂ ਹੁੰਦੀ ਤਾਂ ਕੋਈ ਕਹਿ ਸਕਦਾ ਸੀ ਇਹ ਸ਼ਾਇਦ ਅੱਡ ਚੀਜ਼ ਹੈ। ਇਹ 29 ਤੋਂ ਹੀ ਚੱਲ ਰਹੀ ਹੈ। ਕਿਸੇ ਵੀ ਸਿੱਖ ਨੂੰ ਪੁੱਛੋ ਗੁਰੂ ਗ੍ਰੰਥ ਸਾਹਿਬ ਦੇ ਕਿੰਨੇ ਅੰਗ ਨੇ, ਤੇ ਜਿਹਨੂੰ ਵਿਗਿਆਨਕ ਕਹੂਗਾ 1430 ਨੇ। ਰਾਗ ਮਾਲਾ ਸਮੇਤ ਹੈ 1430 ਅੰਗ। ਕੋਈ ਨਹੀਂ ਕਹਿੰਦਾ ਗੁਰੂ ਗ੍ਰੰਥ 1429 ਅੰਗ ਨੇ, ਨੋ। ਜਿਹਨੂੰ ਵੀ ਗਿਆਨ ਉਹ ਕਹਿੰਦਾ ਗੁਰੂ ਗ੍ਰੰਥ ਦੇ 1430 ਅੰਗ ਹਨ। ਇਹ ਰਾਗ ਮਾਲਾ ਪੜ੍ਹਨ ਤੋਂ ਬਾਅਦ ਹੀ ਸਾਰਾ ਗੁਰੂ ਗ੍ਰੰਥ ਸਾਹਿਬ ਸੰਪੂਰਨ ਹੁੰਦਾ ਹੈ। ਇਹ ਇੱਕ ਓਂਕਾਰ ਤੋਂ ਲੈ ਕੇ 18 10 20 ਤੱਕ। ਸੋ ਸਤਿਕਾਰਯੋਗ ਸਾਧ ਸੰਗਤ ਜੀ, ਕੱਲ੍ਹ ਤੋਂ ਕਬੀਰ ਸਾਹਿਬ ਦੇ ਸ਼ਲੋਕਾਂ ਦੀ ਕਥਾ ਸ਼ੁਰੂ ਹੋਏਗੀ। ਉਹ 1364 ਸਫ਼ੇ 'ਤੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 1364 ਤੋਂ ਕਬੀਰ ਸਾਹਿਬ ਦੇ ਸ਼ਲੋਕ ਸ਼ੁਰੂ ਹੁੰਦੇ ਨੇ। ਪਹਿਲਾਂ ਕਬੀਰ ਸਾਹਿਬ ਦੇ ਸ਼ਲੋਕਾਂ ਦੀ ਕਥਾ ਹੋਏਗੀ, ਉਦੋਂ ਬਾਅਦ ਫਿਰ ਬਾਬਾ ਫਰੀਦ ਜੀ ਦੇ ਸ਼ਲੋਕ ਨੇ, ਫਿਰ ਉਹਨਾਂ ਦੀ ਕਥਾ ਹੋਏਗੀ। ਉਦੋਂ ਅੱਗੇ ਫਿਰ ਜੋ ਪਰਮਾਤਮਾ ਨੂੰ ਮਨਜ਼ੂਰ ਹੈ ਆਪਾਂ ਉਸ ਤਰ੍ਹਾਂ ਕਰਾਂਗੇ। ਸੋ ਕੱਲ੍ਹ ਨੂੰ ਆਪਣਾ ਮੋਬਾਈਲ ਜਾਂ ਪੋਥੀਆਂ 7:15 ਵਜੇ ਤੋਂ ਪਹਿਲਾਂ 1364 ਅੰਗ 'ਤੇ ਖੋਲ੍ਹ ਲੈਣੀਆਂ, ਤਾਂ ਜੋ ਤੁਹਾਨੂੰ ਪਾਠ ਸਿੱਖਣ 'ਚ ਵੀ ਸਹੂਲਤ ਹੋ ਜਾਏ ਅਤੇ ਤੁਹਾਨੂੰ ਅਰਥ ਵੀ ਸਮਝ ਆ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।